ਮੇਰਾ ਬੜੇ ਚਿਰ ਦਾ ਫੁਰਨਾ ਹੈਗਾ ਜੀ। ਹਾਂਜੀ, ਵੀ ਸਤਿਕਾਰਯੋਗ ਸਿੰਘ ਸਾਹਿਬ ਜੀ ਨੂੰ ਅਸੀਂ ਇਸ ਸਥਾਨ ਤੇ ਸੱਦੀਏ ਜੀ। ਹਾਂਜੀ, ਮੈਨੂੰ ਲਗਭਗ ਗੁਰਬਾਣੀ ਸਿੰਘ ਸਾਹਿਬ ਜੀ ਦੇ ਕੋਲ ਬਹਿ ਕੇ ਪੜ੍ਹਨ ਦਾ ਮੌਕਾ ਮਿਲਿਆ, ਲਗਭਗ ਜੀ। ਹਾਂਜੀ, ਮੈਂ ਆਪ ਜੀ ਨੂੰ ਅਚਰਜਤਾਈ ਦਾ ਬਚਨ ਸੁਣਾਉਣਾ ਜੀ। ਇਹ ਮਾਰਚ ਮਹੀਨੇ ਵਿੱਚ ਇਹਨਾਂ ਦੀ ਤਾਜਪੋਸ਼ੀ ਹੋਣੀ ਹੈਗੀ ਜੀ, ਜਦੋਂ ਇਹਨਾਂ ਨੂੰ ਸੇਵਾ ਮਿਲੀ ਜੀ। ਤੇ ਇੱਕ ਰਾਤ ਪਹਿਲਾਂ ਜੀ ਉੱਥੇ ਖੂਹ ਕੋਲ ਇਹਨਾਂ ਦਾ ਦਫ਼ਤਰ ਹੁੰਦਾ ਸੀ, ਜਿਹੜਾ ਛੇਵੇਂ ਪਾਤਸ਼ਾਹ ਨੇ ਖੂਹ ਬਣਾਇਆ ਜੀ। ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਉੱਥੇ ਬਹਿੰਦੇ ਹੁੰਦੇ ਸੀ, ਤੇ ਇਹਨਾਂ ਦੀ ਉਦੋਂ ਹੈੱਡ ਗ੍ਰੰਥੀ ਦੀ ਡਿਊਟੀ ਹੈਗੀ ਜੀ ਬੇਸਮੈਂਟ ਦੇ ਵਿੱਚ ਜੀ। ਅੱਜ ਵੀ ਛੇਵੇਂ ਪਾਤਸ਼ਾਹ ਮਹਾਰਾਜ ਦਾ ਉਹ ਬਣਾਇਆ ਹੋਇਆ ਖੂਹ ਉੱਥੇ ਹੈ ਜੀ। ਅਸੀਂ ਮੈਂ ਦਾਸ ਨੇ ਉੱਥੇ ਲਾਗੇ ਬਹਿ ਕੇ ਇਹਨਾਂ ਕੋਲੋਂ ਸੰਥਿਆ ਕਰਨ ਦਾ, ਬਾਣੀ ਪੜ੍ਹਨ ਦਾ ਮੌਕਾ ਪ੍ਰਾਪਤ ਹੋਇਆ ਜੀ। ਸਵੇਰੇ ਇਹਨਾਂ ਦੀ ਤਾਜਪੋਸ਼ੀ ਹੈ ਤੇ ਸਮਾਂ ਇਹਨਾਂ ਕੋਲ ਹੈ ਨਹੀਂ ਸੀਗਾ ਜੀ। ਉਧਰੋਂ ਮੈਂ ਪੋਥੀ ਖੋਲ ਕੇ ਬੈਠ ਗਿਆ, ਨਾਲ ਹਰਜੀਤ ਸਿੰਘ ਸੀ ਜੀ। ਇਹਨਾਂ ਫਿਰ ਵੀ ਸਾਨੂੰ ਗੁਰਬਾਣੀ ਪੜ੍ਹਾਈ ਜੀ। ਮੈਂ ਇਸ ਗੱਲ ਤੋਂ ਉਦੋਂ ਤੋਂ ਬੜਾ ਪ੍ਰਭਾਵਿਤ ਸਾਂ ਵੀ ਵੇਖੋ ਕਿੰਨਾ ਕੰਮ ਸੀਗਾ ਜੀ ਇਹਨਾਂ ਨੂੰ। ਇਹਨਾਂ ਫਿਰ ਵੀ ਸਾਨੂੰ ਗੁਰਬਾਣੀ ਪੜ੍ਹਾਈ ਜੀ। ਤੇ ਸੰਗਤ ਜੀ, ਭਾਈ ਗੁਰਦਾਸ ਜੀ ਲਿਖਦੇ ਵੀ ਗੁਰਬਾਣੀ ਪੜ੍ਹਾਉਣ ਦਾ ਬਹੁਤ ਵੱਡਾ ਫਲ ਹੈ, ਬਹੁਤ ਵੱਡਾ ਫਲ ਹੈ। ਕਿੰਨਾ ਜੀ, ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ। ਆਪਾਂ ਇੱਕ ਕਮਰਾ ਹੀ ਕਿਸੇ ਨੂੰ ਦਾਨ ਕਰ ਦਈਏ ਤੇ ਬੜਾ ਹਉਮੈ ਵਿੱਚ ਬੰਦਾ ਆ ਜਾਂਦਾ ਜੀ, ਹੈ ਵੀ ਮੈਂ ਕਮਰਾ ਦਾਨ ਕੀਤਾ ਜੀ। ਤੇ ਤੁਸਾਂ ਸੁਣਿਆ ਜੀ ਉਹ ਸ਼ੇਰ ਦੀ ਕਥਾ ਜੀ, ਨੌਵੇਂ ਪਾਤਸ਼ਾਹ ਦੀ। ਹਾਂਜੀ, ਉਹ ਸ਼ੇਰ ਕਹਿਣ ਲੱਗਾ, ਮੈਂ ਇੱਕ ਰਾਤ ਸਾਧੂਆਂ ਨੂੰ ਆਪਣਾ ਕਮਰਾ ਰਹਿਣ ਵਾਸਤੇ ਦਿੱਤਾ ਤੇ ਰੱਬ ਨੇ ਮੈਨੂੰ ਸੱਚਖੰਡ 'ਚ ਥਾਂ ਦੇ ਦਿੱਤੀ ਜੀ, ਇੱਕ ਰਾਤ ਵਾਸਤੇ ਜੀ। ਕਿੰਨਾ ਵੱਡਾ ਫਲ ਭਾਵ ਹੈ ਜੀ ਉਹਦਾ ਜੀ। ਜੈਸੇ ਸੱਤ ਮੰਜ਼ਰ ਕੰਚਨ ਕੇ ਉਸਾਰ ਦੀਨੇ। ਤੇ ਸੰਸਕ੍ਰਿਤ ਵਿੱਚ ਸੱਤ ਦਾ ਅਰਥ 100 ਵੀ ਦੱਸਦੇ ਗੁਰਮੁਖ ਪਿਆਰੇ। 100 ਸੋਨੇ ਦੇ ਮਹਿਲ ਬਣਾ ਕੇ ਕੋਈ ਬੰਦਾ ਦਾਨ ਕਰੇ ਤਾਂ ਉਹਨੂੰ ਬੜਾ ਵੱਡਾ ਫਲ ਮਿਲਦਾ ਜੀ। ਸੋਨੇ ਦੇ ਤੇ ਛੱਡੋ, ਇੱਟਾਂ ਦੇ ਬੰਦਾ ਬਣਾ ਦੇ, ਇਹਦਾ ਵੀ ਬੜਾ ਵੱਡਾ ਲਾਭ ਹੈ ਜੀ। ਹਾਂਜੀ, ਇੱਟਾਂ ਦੇ ਘਰ ਬਣਾ ਕੇ ਕਿਸੇ ਨੂੰ ਦੇ ਦੇ, ਉਹਦਾ ਬੜਾ ਵੱਡਾ ਲਾਭ ਹੈ ਜੀ। ਮੈਨੂੰ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਦੱਸ ਰਹੇ ਸੀ, ਕਿਸੇ ਬੰਦੇ ਦੀ ਕੁੜੀ ਦਾ ਵਿਆਹ ਸੀਗਾ ਜੀ, ਬੇਟੀ ਦਾ ਜੀ। ਉਹਨੇ ਦਾਜ ਨਹੀਂ ਦਿੱਤਾ ਜੀ। ਆਪਣੀ ਧੀ ਦੀ ਸ਼ਾਦੀ ਤੇ ਗਰੀਬਾਂ ਨੂੰ ਕੁਆਟਰ ਬਣਾ ਕੇ ਦਾਨ ਕੀਤੇ ਜੀ ਉਹਨੇ ਜੀ, ਘਰ ਬਣਾ ਕੇ ਦਾਨ ਕੀਤੇ। ਮਤਲਬ ਇਹਦਾ ਬੜਾ ਪੁੰਨ ਫਲ ਹੈ ਜੀ। ਤੇ ਸੋਨੇ ਦਾ ਘਰ ਜੀ, ਭਾਈ ਜੀ ਕਹਿੰਦੇ 100 ਸੋਨੇ ਦਾ ਮਹਿਲ ਬਣਾ ਕੇ ਦਾਨ ਕਰ ਦਿਓ ਤੇ ਤੁਹਾਨੂੰ ਜਿਹੜਾ ਫਲ ਮਿਲਣਾ, ਗੁਰੂ ਦੇ ਸਿੱਖ ਨੂੰ ਗੁਰਬਾਣੀ ਦਾ ਇੱਕ ਸ਼ਬਦ ਸਿਖਾਓ, ਓਨਾ ਫਲ ਮਿਲੇਗਾ। ਕਹਿਣ ਲੱਗੇ ਤੁਸੀਂ ਖੁਦ ਹਿਸਾਬ ਲਾਓ, ਗੁਰਬਾਣੀ ਪੜ੍ਹਾਉਣੀ ਕਿੱਡਾ ਵੱਡਾ ਫਲ ਹੈ ਜੀ। ਮੈਨੂੰ ਲਗਭਗ ਗੁਰਬਾਣੀ ਪੜ੍ਹਨ ਦਾ ਜਿਹੜਾ ਸਮਾਂ ਨਾ ਜੀ, ਉਹ ਸਿੰਘ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਹੋਇਆ ਜੀ। ਤੇ ਮੇਰੇ ਆਪਣੇ ਜੀਵਨ ਵਿੱਚ ਇਹਨਾਂ ਦੀ ਬੜੀ ਵੱਡੀ ਥਾਂ ਜੀ। ਕਿਰਪਾ ਗੁਰੂ ਸਾਹਿਬ ਜੀ ਦੀ ਹੈ, ਬਖਸ਼ਿਸ਼ ਗੁਰੂ ਸਾਹਿਬ ਜੀ ਦੀ ਹੈ। ਮੇਰੇ ਆਪਣੇ ਜੀਵਨ ਵਿੱਚ ਇਹਨਾਂ ਦੀ ਬੜੀ ਵੱਡੀ ਥਾਂ ਜੀ। ਭਾਵੇਂ ਕਿ ਇਹਨਾਂ ਮੈਨੂੰ ਕਿਹਾ ਸੀ ਬਹੁਤਾ ਡੰਬਰ ਨਾ ਰਚੀ। ਹਾਂਜੀ, ਅੱਜ ਹੀ ਸਵੇਰੇ ਮੈਨੂੰ ਫੋਨ ਤੇ ਕਹਿੰਦੇ ਬਹੁਤਾ ਡੰਬਰ ਨਾ ਰਚੀ, ਪਰ ਮੈਂ ਸੱਚੀ ਗੱਲ ਕਰਨ ਡਿਆ। ਅਸੀਂ ਗਰੀਬ ਜੇ ਬੰਦੇ ਜੀ, ਤੇ ਟੁੱਟਾ ਜਿਹਾ ਸਾਡਾ ਘਰ ਜੀ। ਹਾਂਜੀ, ਤੇ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਇੱਕ ਗਰੀਬ ਬੰਦੇ ਦੇ ਘਰ ਆਉਣ, ਉਹਨੂੰ ਹੋਰ ਕੀ ਚਾਹੀਦਾ ਜੀ। ਹਾਂਜੀ, ਮੇਰੇ ਮਾਤਾ ਪਿਤਾ ਇਸ ਬੰਨੇ ਜਾਣ ਤੋਂ ਰੋਕਦੇ ਵੀ ਰਹੇ ਜੀ। ਫਿਰ ਇਹ ਸਾਡੇ ਘਰ ਆਏ ਜੀ। ਹਾਂਜੀ, ਇਹਨਾਂ ਕਿਹਾ ਵੀ ਕਹਿਣਾ ਕੁਛ ਨਹੀਂ ਜੀ। ਹਾਂਜੀ, ਤੇ ਮੈਨੂੰ ਵੀ ਕਿਹਾ ਵੀ ਤੂੰ ਵੀ ਨਹੀਂ ਇਹਨਾਂ ਨੂੰ ਕੁਝ ਕਹਿਣਾ ਜੀ। ਇਹ ਮੰਦਿਰ ਵਿੱਚ ਜਾਣ, ਇਹ ਜਿੱਥੇ ਮਰਜ਼ੀ ਜਾਣ, ਤੂੰ ਨਹੀਂ ਕੁਝ ਕਹਿਣਾ ਜੀ। ਹਾਂਜੀ, ਗਰੀਬ ਬੰਦੇ ਘਰ, ਟੁੱਟੇ ਜੇ ਘਰ ਵਿੱਚ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਆ ਜਾਣ, ਹੋਰ ਕੀ ਚਾਹੀਦਾ ਜੀ। ਹਾਂਜੀ, ਬੜਾ ਇਹਨਾਂ ਦਾ ਪਰਉਪਕਾਰ ਜੀ। ਹੁਣ ਵੀ ਜਿੱਥੇ ਕਿੱਥੇ ਲੋੜ ਹੁੰਦੀ, ਇਹਨਾਂ ਕੋਲੋਂ ਬੜੀ ਸੇਧ ਮਿਲਦੀ ਜੀ ਸਾਨੂੰ। ਤੇ ਦਰਬਾਰ ਸਾਹਿਬ ਦੇ ਵਿੱਚ ਫਿਰ ਲੰਮਾ ਸਮਾਂ ਗੁਰੂ ਘਰ ਵਿੱਚ ਸਿੰਘ ਸਾਹਿਬ ਬਣ ਕੇ, ਹਾਂਜੀ, ਹਰਿਮੰਦਰ ਸਾਹਿਬ ਵਿੱਚ ਗ੍ਰੰਥੀ ਸਿੰਘ ਬਣ ਕੇ ਇਹਨਾਂ ਸੇਵਾ ਨਿਭਾਈ ਜੀ। ਔਰ ਸ੍ਰੀ ਗੁਰੂ ਰਾਮਦਾਸ ਸਾਹਿਬ ਜਿਹਦੇ ਤੇ ਬਹੁਤ ਖੁਸ਼ ਹੋਣ ਨਾ ਜੀ, ਉਹਨੂੰ ਉੱਥੇ ਰੋਜ਼ ਦੀ ਹਾਜ਼ਰੀ ਮਿਲਦੀ ਜੀ। ਬੰਦਾ ਰੋਜ਼ ਦਰਬਾਰ ਸਾਹਿਬ ਜਾਂਦਾ, ਜਿਹਦੇ ਤੇ ਹੋਰ ਖੁਸ਼ ਹੋ ਜਾਣ ਜੀ, ਉਹਨੂੰ ਫਿਰ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਹਾਜ਼ਰੀ ਦਿੰਦੇ ਉੱਥੇ ਸੇਵਾ ਵੀ ਦਿੰਦੇ ਜੀ। ਹਾਂਜੀ, ਜੰਗਲੇ ਦੇ ਅੰਦਰ ਜਾਣਾ ਤੇ ਹੋਰ ਵੱਡੀ ਗੱਲ ਹੋ ਜਾਂਦੀ ਜੀ।
ਵੱਡੇ ਭਾਗਾਂ ਵਾਲੇ ਉੱਥੇ ਬਹਿ ਕੇ ਕੀਰਤਨ ਕਰਦੇ, ਗੁਰੂ ਜੀ ਦੀ ਖੁਸ਼ੀ ਲੈਂਦੇ, ਪੁੰਨ ਵੱਧਦੇ ਜੀ ਉਹਨਾਂ ਦੇ। ਹੋਰ ਚੰਗੇ ਭਾਗ ਹੋਣ, ਅਰਦਾਸੀਆ ਲੱਗ ਜਾਏਗਾ ਜੀ, ਮੇਵੜਾ ਸਿੱਖ ਲੱਗ ਜਾਏਗਾ ਗੁਰੂ ਘਰ ਦਾ। ਪਰ ਇਹਦੇ ਤੋਂ ਵੱਡੀ ਕੀ ਬਖਸ਼ਿਸ਼ ਗਿਣਾਂਗੇ ਵੀ ਗੁਰੂ ਰਾਮਦਾਸ ਜੀ ਨੇ ਗੋਦੀ 'ਚ ਹੀ ਬਿਠਾ ਲੈਣਾ ਜੀ, ਕਿਸੇ ਨੂੰ ਆਪਣੀ ਗੋਦ ਵਿੱਚ ਬਿਠਾਉਣਾ ਜੀ। ਮੇਰੇ ਖਿਆਲ ਨਾਲ ਇਹਦੇ ਤੋਂ ਅੱਗੇ ਕੋਈ ਕਿਰਪਾ ਨਹੀਂ ਹੋ ਸਕਦੀ ਜੀ। ਕਿਰਪਾ ਦੇ ਲੈਵਲ ਤੇ ਬੜੇ ਦੁਨਿਆਵੀ ਪਦਵੀ ਦੀ ਵੀ ਮੈਂ ਗੱਲ ਕਰਦਾ, ਇਹ ਤੇ ਦਰਗਾਹੀ ਪਦਵੀ ਹੈ ਜੀ। ਹਾਂਜੀ, ਦੁਨਿਆਵੀ ਪਦਵੀ ਵੀ ਇਹਦੇ ਤੋਂ ਉੱਤੇ ਨੀਚੇ ਹੈਗੀ ਜੀ। ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਗ੍ਰੰਥੀ ਸਿੰਘ ਬਣ ਜਾਣਾ, ਦੁਨਿਆਵੀ ਪਦਵੀ ਵੀ ਇਹਦੇ ਤੋਂ ਉੱਤੇ ਨਹੀਂ ਹੈਗੀ ਜੀ। ਤੇ ਵਾਹਿਗੁਰੂ ਦੇ ਘਰ ਵਿੱਚ ਵੀ ਇਹ ਥਾਂ ਬੜੀ ਸਨਮਾਨਯੋਗ ਹੈ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਥਾਂ ਜੀ। ਹਾਂਜੀ, ਸੋ ਉੱਥੇ ਸਿੰਘ ਸਾਹਿਬ ਜੀ ਨੇ ਬਹੁਤ ਲੰਮਾ ਸਮਾਂ, ਲਗਭਗ 8 ਕੁ ਸਾਲ ਸੇਵਾ ਕੀਤੀ। ਅਸੀਂ ਤਾਂ ਕਹਿੰਦੇ ਹੁਣ ਵੀ ਸੇਵਾ ਕਰਦੇ ਰਹਿਣ ਜੀ। ਹਾਂਜੀ, ਬਾਬਾ ਬੁੱਢਾ ਸਾਹਿਬ ਤੇ ਸਾਬਕਾ ਹੀ ਨਹੀਂ ਹੋਏ ਜੀ ਸਾਰੀ ਉਮਰ ਦੀ। ਹਾਂਜੀ, ਕਿ ਹੋਏ ਜੀ ਬਾਬਾ ਜੀ? ਕੋਈ ਸਾਬਕਾ ਨਹੀਂ ਹੋਏ ਜੀ। ਸਾਡੇ ਵਾਸਤੇ ਇਹ ਕੋਈ ਸਾਬਕਾ ਨਹੀਂ ਹੈਗੇ ਜੀ। ਸੱਚੇ ਪਾਤਸ਼ਾਹ ਮਹਾਰਾਜ ਸਾਡੇ ਸਿੰਘ ਸਾਹਿਬ ਦੇ ਸਿਰ ਤੇ ਵੱਡਾ ਮੇਰਾ ਭਰਿਆ ਹੱਥ ਰੱਖੇ ਜੀ। ਆਪ ਜੀ ਵੀ ਸਾਰੇ ਅਰਦਾਸ ਕਰੋ। ਹਾਂਜੀ, ਮੈਂ ਬਹੁਤ ਛੋਟਾ ਵਿਦਿਆਰਥੀ ਵੀ ਹਾਂ ਇਹਨਾਂ ਦਾ, ਤੇ ਉਮਰ ਵਿੱਚ ਵੀ ਬੜਾ ਛੋਟਾ ਜੀ। ਤੇ ਅਸੀਂ ਤੇ ਅਰਦਾਸ ਕਰਨ ਵਾਲਿਆਂ ਵਿੱਚੋਂ ਹਾਂ ਜੀ। ਇਹਨਾਂ ਦੇ ਸਿਰ ਤੇ ਇੰਨਾ ਮੇਰਾ ਭਰਿਆ ਹੱਥ ਰੱਖਣ, ਇੰਨਾ ਮੇਰਾ ਭਰਿਆ ਹੱਥ ਰੱਖਣ। ਇਹਨਾਂ ਨੂੰ ਮਹਾਰਾਜ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਹ ਹੋਰ ਮੇਰੇ ਵਰਗਿਆਂ ਗਰੀਬੜਿਆਂ ਜਿਹਾਂ ਨੂੰ ਗੁਰਬਾਣੀ ਸਿਖਾਉਣ ਜੀ। ਹਾਂਜੀ, ਗੁਰਬਾਣੀ ਪੜ੍ਹਾਉਣ ਜੀ। ਅਸੀਂ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ ਜੀ। ਸਾਰ ਕਿਤਾਬਲੀ ਗ੍ਰੰਥ ਵਿੱਚ ਲਿਖਿਆ, ਜਿਹਦੇ ਕੋਲ ਅੱਧਾ ਅੱਖਰ ਵੀ ਬੰਦਾ ਸਿੱਖੇ ਉਹਦਾ ਵੀ ਸਤਿਕਾਰ ਕਰੇ ਜੀ। ਜਿਹਦੇ ਕੋਲ ਅੱਧਾ ਅੱਖਰ ਵੀ ਸਿੱਖੇ ਨਾ ਜੀ ਬੰਦਾ, ਉਹਦਾ ਵੀ ਸਤਿਕਾਰ ਕਰੇ, ਭੁੱਲ ਕੇ ਵੀ ਉਹਦੀ ਨਿੰਦਾ ਨਾ ਕਰੇ ਜੀ। ਹਾਂਜੀ, ਉਧਰ ਦੂਜੇ ਪਾਸੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ। ਜਦੋਂ ਮੇਰੀ ਟੈਲੀਫੋਨ ਤੇ ਸਿੰਘ ਸਾਹਿਬ ਜੀ ਨਾਲ ਗੱਲ ਹੋਈ ਜੀ, ਤੇ ਸਿੰਘ ਸਾਹਿਬ ਜੀ ਦਾ ਵੀ ਫੁਰਨਾ ਸੀਗਾ ਜੀ ਇਹ ਸਮਾਗਮ ਦਾ ਜੀ। ਇਹਨਾਂ ਫਿਰ ਮੈਨੂੰ ਹੱਲਾਸ਼ੇਰੀ ਦਿੱਤੀ ਵੀ ਅਸੀਂ ਨਾਲ ਹੀ ਹਾਂ ਤੇ ਤੂੰ ਚੜ੍ਹਦੀ ਕਲਾ 'ਚ ਹੋ ਜਾ ਜੀ। ਤੇ ਮੈਂ ਇਹਨਾਂ ਨੂੰ ਅੱਜ ਦੱਸਿਆ ਵੀ ਇਹ ਸਮਾਗਮ ਹੈਗਾ ਜੀ, ਕਿਉਂ ਮੈਂ ਡਰਦਾ ਵੀ ਹਾਂ ਜੀ। ਹਾਂਜੀ, ਵੱਡਿਆਂ ਤੋਂ ਡਰਨਾ ਚਾਹੀਦਾ, ਜਿਨ੍ਹਾਂ ਕੋ ਪੜ੍ਹੇ ਹੋਵੋ ਉਹਨਾਂ ਕੋ ਡਰਨਾ ਚਾਹੀਦਾ। ਮੈਂ ਇਹਨਾਂ ਨੂੰ ਅੱਜ ਸਵੇਰੇ ਦੱਸਿਆ ਤੇ ਡਰਦੇ ਡਰਦੇ ਦੱਸਿਆ ਵੀ ਸਮਾਗਮ ਇਹ ਹੈਗਾ ਚ ਹੈਂ। ਉਹ ਵੀ ਮਾਤਾ ਜੀ ਨਾਲ ਗੱਲ ਹੋ ਗਈ ਜੀ। ਉਹ ਕਹਿੰਦੇ ਪੁੱਤ ਸੱਚ 'ਚ ਬੜੀ ਤਾਕਤ ਹੈ ਤੇ ਦੱਸ ਦੇ। ਤੇ ਮੈਨੂੰ ਫਿਰ ਦੱਸਣ ਦਾ ਵੀ ਹਈਆ ਪੈ ਗਿਆ ਵੀ ਦੱਸ ਦਈਏ ਜੀ। ਫਿਰ ਵੀ ਦੱਸਦਿਆਂ ਦੱਸਿਆ ਵੀ ਝਿੜਕਾਂ ਨਾ ਪੈ ਜਾਣ ਜੀ। ਹਾਂਜੀ, ਸਾਡੀ ਸਾਰੀ ਸੰਗਤ ਵੱਲੋਂ ਹੋਰ ਗੁਰਮੁਖ ਪਿਆਰੇ ਆਏ ਨੇ। ਬਾਬਾ ਜੀ ਬਾਬਾ ਜਗਤਾਰ ਸਿੰਘ ਜੀ ਤਰਨ ਤਾਰਨ ਵਾਲਿਆਂ ਵੱਲੋਂ, ਭਾਈ ਜੋਗਾ ਸਿੰਘ ਜੀ ਉਹਨਾਂ ਵੱਲੋਂ ਸਿਰੋਂ ਪਾਉ ਲੈ ਕੇ ਆਏ ਜੀ। ਅਸੀਂ ਇਹਨਾਂ ਦਾ ਸਤਿਕਾਰ ਨਹੀਂ ਕੋਈ ਕਰ ਸਕਦੇ ਜੀ, ਸਨਮਾਨ ਨਹੀਂ ਕੋਈ ਕਰ ਸਕਦੇ, ਨਾ ਸਾਡੇ 'ਚ ਇੰਨੀ ਤਾਕਤ ਹੀ ਹੈਗੀ ਜੀ ਵੀ ਅਸੀਂ ਇਹਨਾਂ ਦਾ ਸਨਮਾਨ ਕਰੀਏ ਜੀ। ਹਾਂਜੀ, ਇਹ ਤੇ ਬਾਰੀ ਇੱਕ ਫਾਰਮੈਲਿਟੀ ਹੈਗੀ ਜੀ, ਉਹਦੇ ਤੋਂ ਵੱਧ ਕੁਝ ਨਹੀਂ ਹੈਗਾ। ਬਸ ਅੰਦਰ ਦਾ ਪਿਆਰ ਕਿਵੇਂ ਕਿਸੇ ਨਾਲ ਕਰਨਾ ਜੀ ਵਿਅਕਤ, ਉਹਦਾ ਇੱਕ ਤਰੀਕਾ ਹੀ ਹੈਗਾ ਜੀ। ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਗੁਰਮੁਖ ਪਿਆਰੇ ਆਏ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਦੇ ਗੁਰਮੁਖ ਪਿਆਰੇ ਆਏ। ਸ੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਮਜੀਠਾ ਰੋਡ ਤੋਂ ਗੁਰਮੁਖ ਪਿਆਰੇ ਆਏ। ਸਤਿਕਾਰਯੋਗ ਸਿੰਘ ਸਾਹਿਬ ਜੀ ਆਏ ਨੇ ਸਾਡੇ ਇਸ ਸਥਾਨ ਵੱਲੋਂ। ਉਹ ਸਾਹਮਣੇ ਗੁਰਮੁਖ ਇੰਦਰਾ ਕਲੋਨੀ ਤੋਂ ਆਏ ਜੀ। ਸਾਰਿਆਂ ਦਾ ਬੜਾ ਪਿਆਰ। ਮੈਂ ਸਿੰਘ ਸਾਹਿਬ ਦਾ ਇੱਕ ਗੁਣ ਵੇਖਿਆ ਜੀ, ਗਰੀਬਾਂ ਨਾਲ ਇਹ ਬੜਾ ਪਿਆਰ ਕਰਦੇ ਜੀ। ਹੈਂ, ਆ ਮੇਰੇ ਵਰਗੇ ਗਰੀਬ ਬੰਦੇ ਹੋਣ ਨਾ ਜੀ ਜਿਹੜੇ ਜੀ, ਉਹਨਾਂ ਨਾਲ ਤੇ ਵਿਸ਼ੇਸ਼ ਪਿਆਰ ਕਰਦੇ ਜੀ। ਤੇ ਗੁਰੂ ਸਾਹਿਬ ਮਿਹਰ ਕਰਨੇ, ਇਹਨਾਂ ਨੂੰ ਰੱਬ ਨੇ ਸੁਭਾਅ ਦਿੱਤਾ ਜੀ। ਪਤਾ ਕੀ ਜੀ, ਨਾ ਮਹਾਰਾਜ ਬੋਲ ਲੈਂਦੇ ਹੋ, ਇਹਨਾਂ ਨੂੰ ਸੁਭਾਅ ਦਿੱਤਾ ਜਿਹਨੂੰ ਮਿਲਣ ਉਹਨੂੰ ਐਂ ਲੱਗਦਾ ਵੀ ਮੇਰੇ ਹੀ ਨੇ ਜੀ, ਮੇਰੇ ਹੀ ਨੇ ਜੀ। ਹਾਂਜੀ, ਸੰਗਤ ਚੈਨਲ ਵੱਲੋਂ ਸਿੰਘ ਸਾਹਿਬ ਜੀ ਨੂੰ ਬਹੁਤ ਬਹੁਤ ਸ਼ੁਭ ਅਸੀਸਾਂ ਜੀ। ਪੂਰੀ ਸਮੁੱਚੀ ਟੀਮ ਵੱਲੋਂ, ਉੱਥੋਂ ਦੇ ਮੁਖੀ ਟਰਸਟੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਵੱਲੋਂ ਮਹਾਰਾਜ ਸਿੰਘ ਸਾਹਿਬ ਜੀ ਦੇ ਸਿਰ ਤੇ ਹੋਰ ਮੇਰਾ ਭਰਿਆ ਹੱਥ ਰੱਖਣ, ਹੋਰ ਮੇਰਾ ਭਰਿਆ ਹੱਥ ਰੱਖਣ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਹੁਣ ਭਾਈ ਗੁਰਦੇਵ ਸਿੰਘ ਜੀ ਅਗਲਾ ਪ੍ਰੋਗਰਾਮ ਤੁਹਾਨੂੰ ਦੱਸਣਗੇ। ਸਾਰੇ ਵੀਰਾਂ ਨੇ, ਸਭਾ ਸੁਸਾਇਟੀਆਂ ਵਾਲਿਆਂ ਨੇ ਇਹਨਾਂ ਦਾ ਸਤਿਕਾਰ ਕਰਨਾ। ਫਿਰ ਸਿੰਘ ਸਾਹਿਬ ਨੂੰ ਬੇਨਤੀ ਵੀ ਆਪਾਂ ਹੁਣੇ ਹੀ ਕਥਾ ਸੁਣੀ ਹੈ, ਗੁਰੂ ਤੇਗ ਬਹਾਦਰ ਸਾਹਿਬ ਸੰਗਤ ਦੇ ਸਤਿਕਾਰ ਮੰਨ ਰਹੇ ਤੇ ਜਾ ਰਹੇ ਜੀ।
ਆਪ ਜੀ ਨੇ ਵੀ ਸਾਡੇ ਸਾਰਿਆਂ ਦਾ ਜਿਹੜਾ ਥੋੜ੍ਹਾ ਬਹੁਤਾ ਪਿਆਰ ਹੈ ਨਾ ਜੀ, ਇਹ ਤੁਸੀਂ ਪ੍ਰਵਾਨ ਕਰਨਾ ਜੀ। ਸੰਗਤ ਦਾ ਪਿਆਰ ਤੇ ਪ੍ਰਵਾਨ ਕਰਨਾ ਹੀ ਪੈਣਾ ਜੀ ਤੁਹਾਨੂੰ ਜੀ। ਇਹ ਮੇਰੀ ਬੇਨਤੀ ਹੈ। ਬਾਬੇ ਕੈਮਰੇ ਵਾਲਿਆਂ ਨੂੰ ਬੇਨਤੀ ਵੀ ਹੁਣ ਜਿਵੇਂ ਜਿਵੇਂ ਪ੍ਰੋਗਰਾਮ ਚੱਲਦਾ ਉਵੇਂ ਉਵੇਂ ਹੀ ਇਹ ਕੈਮਰਾ ਕਮਾਈ ਜਾਣ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਫਿਰਤੇ ਕੋਈ ਬਾਤ ਨ ਪੂਛਤਾ, ਗੁਰ ਸਤਿਗੁਰ ਸੰਗ ਕੀ ਰੇ ਹਮ ਥਾਪੇ। ਤਨ ਤਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੈ ਸਭ ਸੋਗ ਸੰਤਾਪੇ। ਪਤਤ ਪਾਵਨ ਭਗਤ ਵਛਲ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੇ ਧੰਨ ਧੰਨ ਯੋਗ ਹੋ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਨਿਤਾ ਪ੍ਰਤੀ ਲੜੀਵਾਰ ਚੱਲ ਰਹੇ ਇਤਿਹਾਸ ਦੀ ਕਥਾ ਆਪ ਸਰਵਣ ਕਰਦੇ ਹੋ। ਜੋ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਸੰਗ ਆਪ ਸਰਵਣ ਕਰ ਰਹੇ ਸੀ, ਔਰ ਨਿਤਾ ਪ੍ਰਤੀ ਇਹ ਮਹਾਨ ਸੇਵਾਵਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਅਨੰਦ ਸੇਵਕਾਂ ਕੋਲੋਂ ਭਾਵ ਕਿ ਸੰਗਤ ਟੀਵੀ ਦੇ ਸਮੂਹ ਸੰਯੋਗੀਆਂ ਵੱਲੋਂ ਜੋ ਮਹਾਨ ਉਪਰਾਲਾ ਕੀਤਾ ਗਿਆ ਹੈ, ਜੋ ਇਕੱਲੇ ਸੰਗਤ ਵਾਸਤੇ ਹੀ ਨਹੀਂ ਔਰ ਲਗਭਗ 130 ਮੁਲਕਾਂ ਵਿੱਚ ਇਹ ਚੈਨਲ ਜਿਹੜਾ ਰੀਲੇ ਹੋ ਰਿਹਾ ਹੈ, ਔਰ ਸੰਗਤਾਂ ਘਰ ਵਿੱਚ ਬੈਠ ਕੇ ਇੱਕ ਵਾਰਾਂ ਨਹੀਂ ਦਿਹਾੜੀ 'ਚ 3-4 ਵਾਰਾਂ ਇਹ ਸੰਗਤਾਂ ਨੂੰ ਕਥਾ ਜਿਹੜੀ ਆ ਉਹ ਟੀਵੀ ਰਾਹੀਂ ਸੰਗਤ ਟੀਵੀ ਰਾਹੀਂ ਸੰਗਤਾਂ ਤੱਕ ਪਹੁੰਚਾਈ ਜਾਂਦੀ ਹੈ। ਇਸੇ ਤਰ੍ਹਾਂ ਸੰਗਤ ਟੀਵੀ ਦਾ ਵੀ ਬਹੁਤ ਵੱਡਾ ਇਹ ਸ਼ਲਾਘਾਯੋਗ ਉਹਨਾਂ ਦਾ ਉਦਮ ਹੈ। ਦੂਸਰੇ ਨੰਬਰ 'ਤੇ ਤੁਸੀਂ ਆਪ ਵੀ ਭਾਗਾਂ ਵਾਲੇ ਹੋ, ਵਡਭਾਗੇ ਹੋ, ਜੋ ਉਦਮ ਕਰਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਬੈਠ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਲੜੀਵਾਰ ਆਪ ਕਥਾ ਸਰਵਣ ਕਰਦੇ ਹੋ। ਜਿੰਨੇ ਵੀ ਸੰਸਾਰ 'ਤੇ ਜੀਵ ਹਨ ਸਾਰੇ ਕਿਸੇ ਨਾ ਕਿਸੇ ਚਿੰਤਾ ਵਿੱਚ ਗ੍ਰਸਤ ਹਨ। ਸਤਿਗੁਰਾਂ ਦਾ ਪਾਵਨ ਬਚਨ ਹੈ, ਚਿੰਤਤ ਹੀ ਦਿਸੈ ਸਭ ਕੋਇ। ਹਰ ਇੱਕ ਪ੍ਰਾਣੀ ਦੇ ਅੰਦਰ ਕੋਈ ਨਾ ਕੋਈ ਚਿੰਤਾ ਹੈ। ਕਿਸੇ ਨੂੰ ਆਰਥਿਕ ਪੱਖ ਦੀ ਚਿੰਤਾ, ਕਿਸੇ ਨੂੰ ਧੀਆਂ ਪੁੱਤਰਾਂ ਦੀ ਚਿੰਤਾ ਹੈ, ਕਿਸੇ ਕੋ ਔਲਾਦ ਨਹੀਂ ਉਹਦੀ ਚਿੰਤਾ ਹੈ, ਕਿਸੇ ਕੋ ਔਲਾਦ ਹੈ ਔਲਾਦ ਚੰਗੀ ਨਹੀਂ ਨਿਕਲੀ, ਕਹੇ ਵਿੱਚ ਨਹੀਂ ਉਹਦੀ ਚਿੰਤਾ ਹੈ। ਕਈਆਂ ਨੂੰ ਇਹੋ ਚਿੰਤਾ ਕਿ ਸਾਡਾ ਮਾਨ ਸਨਮਾਨ ਨਹੀਂ। ਬਸ ਕੋਈ ਨਾ ਕੋਈ ਪੱਖ ਚਿੰਤਾ ਦਾ ਹਰ ਬੰਦਾ ਗ੍ਰਸਤ ਹੈ। ਤੇ ਸਤਿਗੁਰੂ ਕਹਿੰਦੇ ਹਰ ਜੀਵ ਚਿੰਤਾ ਗ੍ਰਸਤ ਹੈ, ਚਿੰਤਤ ਹੀ ਦੀਸੇ ਸਭ ਕੋਇ। ਫਿਰ ਚਿੰਤਾ ਮੁਕਤ ਕਿਸ ਤਰ੍ਹਾਂ ਹੋ ਸਕਦਾ ਹੈ? ਤਾਂ ਸਤਿਗੁਰਾਂ ਦਾ ਪਾਵਨ ਬਚਨ ਹੈ, ਚੇਤੇ ਏਕ ਤਹੀਂ ਸੁਖ ਹੋਏ। ਜੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਚੇਤਾ ਕੀਤਾ ਜਾਵੇ, ਉਹਨੂੰ ਚਿੱਤ ਵਿੱਚ ਵਸਾਇਆ ਜਾਵੇ, ਤਾਂ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਚੇਤੇ ਏਕ ਤਹੀਂ ਸੁਖ ਹੈ, ਤਾਂ ਹੀ ਸੁਖ ਪ੍ਰਾਪਤ ਹੁੰਦਾ, ਨਹੀਂ ਤੇ ਚਿੰਤਾ ਹੀ ਚਿੰਤਾ ਹੈ। ਹੁਣ ਇਹ ਚਿੰਤਾ ਤਾਂ ਸੁੱਖ ਵਿੱਚ ਤਾਂ ਬਦਲੀ ਜਾ ਸਕਦੀ ਜੇ ਪਰਮਾਤਮਾ ਦੇ ਨਾਮ ਨਾਲ ਜੁੜਿਆ ਜਾਵੇ, ਤੇ ਨਾਮ ਨਾਲ ਜੁੜਨ ਦੀ ਵੀ ਆਪਣੀ ਕੋਈ ਔਕਾਤ ਨਹੀਂ। ਜਿਸ ਤਰ੍ਹਾਂ ਭਾਈ ਸਾਹਿਬ ਜੀ, ਭਾਈ ਵਿਸ਼ਾਲ ਸਿੰਘ ਜੀ ਆਪ ਜੀ ਨੂੰ ਅੱਗੇ ਸੰਬੋਧਨ ਕਰਕੇ ਗਏ ਹਨ ਕਿ ਇਹ ਗੁਰੂ ਦੀ ਨਜ਼ਰ ਹੈ, ਪਰਮਾਤਮਾ ਦੀ ਨਜ਼ਰ ਹੈ, ਜੋ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਆਪਣੀ ਔਕਾਤ ਨਾਲ ਕੋਈ ਵੀ ਕੁਝ ਪ੍ਰਾਪਤ ਨਹੀਂ ਕਰ ਸਕਦਾ। ਗੁਰੂ ਦੀ ਰਹਿਮਤ ਹੈ, ਤਰਸ ਹੈ। ਤੇ ਸਤਿਗੁਰਾਂ ਦਾ ਪਾਵਨ ਬਚਨ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ ਕਿ ਜੀਵ ਨੇ ਕੀ ਕਰਨਾ ਹੈ। ਚਿੰਤਾ ਤੋਂ ਮੁਕਤ ਹੋਣ ਵਾਸਤੇ, ਸਦੀਵ ਸੁਖ ਪ੍ਰਾਪਤ ਕਰਨ ਵਾਸਤੇ ਪਰਮਾਤਮਾ ਦਾ ਨਾਮ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ। ਸਤਿਗੁਰਾਂ ਦਾ ਪਾਵਨ ਬਚਨ ਗੁਰਬਾਣੀ 'ਚ ਪੜ੍ਹਦੇ ਹਾਂ, ਉਦਮ ਕਰੇਂਦਿਆ ਜੀਓ ਤੂੰ। ਜਿੱਦਾਂ ਤੁਸੀਂ ਉਦਮ ਕਰਕੇ ਗੁਰੂ ਦੀ ਦਰ 'ਤੇ ਆਉਂਦੇ ਹੋ। ਵੇਖੋ ਆਪਣੇ ਸਾਰਿਆਂ ਕੋਲ ਮੋਬਾਈਲ ਹਨ, ਫੋਨ ਹਨ, ਤਾਂ ਫੋਨ ਪਹਿਲੀ ਗੱਲ ਤਾਂ ਚਾਰਜ ਹੋਣਾ ਚਾਹੀਦਾ। ਜੇ ਚਾਰਜ ਨਾ ਹੋਏ ਤਾਂ ਵੀ ਫੋਨ ਚੱਲੇਗਾ ਨਹੀਂ, ਨਾ ਫੋਨ ਹੋ ਸਕੇਗਾ, ਨਾ ਫੋਨ ਆ ਸਕੇਗਾ। ਦੂਸਰਾ ਨੰਬਰ ਕਿ ਜਿਹੜਾ ਸਾਡਾ ਫੋਨ ਆ ਇਹ ਟਾਵਰ ਦੀ ਰੇਂਜ ਵਿੱਚ ਹੋਣਾ ਚਾਹੀਦਾ।
ਜੇ ਟਾਵਰ ਦੀ ਰੇਂਜ ਵਿੱਚ ਆ ਤਾਂ ਫੋਨ ਆਏਗਾ ਜਾਏਗਾ, ਨਹੀਂ ਤੇ ਜੇ ਰੇਂਜ ਤੋਂ ਬਾਹਰ ਆ ਤਾਂ ਫਿਰ ਉਹ ਫੋਨ ਨਹੀਂ ਕਰ ਪਾਵਾਂਗੇ। ਇਸੇ ਤਰ੍ਹਾਂ ਸਭ ਤੋਂ ਪਹਿਲਾਂ ਤਾਂ ਅਸੀਂ ਗੁਰੂ ਦੀ ਨਜ਼ਰ ਦੇ ਪਾਤਰ ਬਣਨਾ ਤੇ ਸਾਨੂੰ ਗੁਰੂ ਦੀ ਰੇਂਜ ਵਿੱਚ ਆਉਣਾ ਪਵੇਗਾ। ਜੇ ਤਾਂ ਤੁਸੀਂ ਉਦਮ ਕਰਦੇ ਹੋ, ਇਹ ਸਭ ਤੋਂ ਪਹਿਲਾਂ ਉਦਮ ਤੇ ਕਰਨਾ ਪਵੇਗਾ। ਉਹ ਗੁਰੂ ਅੱਗੇ ਅਰਦਾਸ ਕਰਕੇ ਕਿ ਸਤਿਗੁਰੂ ਕਿਰਪਾ ਕਰੋ, ਰਹਿਮਤ ਕਰੋ, ਸਾਨੂੰ ਉਦਮ ਬਖਸ਼ੋ, ਅਸੀਂ ਤੇਰੇ ਦਰ ਤੇ ਆ ਸਕੀਏ। ਤੇ ਸਤਿਗੁਰੂ ਕਹਿੰਦੇ ਐ ਉਦਮ ਕਰਨ ਵਾਲਿਆ, ਗੁਰੂ ਦੇ ਦਰ ਤੇ ਆਉਣ ਵਾਲਿਆ, ਉਦਮ ਕਰਿੰਦਿਆ ਜੀਓ ਤੂੰ ਜੀਂਦਾ ਰਹੋ। ਉਹ ਕਿਹੜੇ ਜੀਵਨ ਦੀ ਗੱਲ ਕੀਤੀ ਇੱਥੇ? ਇਹ ਵੀ ਇੱਕ ਬੜਾ ਵੱਡਾ ਰਾਜ ਹੈ। ਕੀ ਉਹਨੂੰ ਕਿਹਾ ਵੀ ਤੂੰ ਜ਼ਿਆਦੀ ਉਮਰ ਭੋਗ ਸੰਸਾਰ ਵਿੱਚ? ਨਹੀਂ, ਸਤਿਗੁਰੂ ਕਹਿੰਦੇ ਅਸਲ ਵਿੱਚ ਜਿਹੜਾ ਜੀਵਨ ਹੈ ਨਾ, ਉਹ ਹੈ ਆਤਮਿਕ ਜੀਵਨ। ਤੈਨੂੰ ਆਤਮਿਕ ਜੀਵਨ ਜਿਹੜਾ ਉਹ ਤੂੰ ਜੀਵੇਂ, ਕਿਉਂਕਿ ਸਤਿਗੁਰਾਂ ਦਾ ਪਾਵਨ ਬਚਨ ਗੁਰਬਾਣੀ 'ਚ ਪੜ੍ਹਦੇ ਹਾਂ, ਸੋ ਜੀਵਿਆ ਜਿਨ ਮਨ ਵਸਿਆ ਸੋਏ। ਅਸਲ ਵਿੱਚ ਜੀਵਨ ਉਹਦਾ ਜਿਹਦੇ ਅੰਦਰ ਪ੍ਰਮਾਤਮਾ ਦਾ ਨਾਮ ਵਸਦਾ ਹੈ। ਸੋ ਜੀਵਿਆ ਜਿਨ ਮਨ ਵਸਿਆ ਸੋਏ, ਨਾਨਕ ਔਰ ਨਾ ਜੀਵੇ ਕੋਏ। ਸਤਿਗੁਰੂ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਦਾ ਹੀ ਜੀਵਨ ਹੈ। ਜਿਹੜਾ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ, ਸਿਮਰ ਨਹੀਂ ਕਰਦਾ, ਉਹਦਾ ਕੋਈ ਜੀਵਨ ਨਹੀਂ। ਉਸ ਜੀਵਨ ਦੀ ਗੱਲ ਕਰਦੇ ਸਤਿਗੁਰੂ ਜੀ ਸਾਨੂੰ ਜੇ ਬਖਸ਼ਿਸ਼ ਕਰਦੇ ਆ, ਸਾਨੂੰ ਅਸੀਸ ਦਿੰਦੇ ਆ। ਗੁਰੂ ਦੇ ਦਰ ਤੇ ਆਉਣ ਵਾਲਿਆਂ ਨੂੰ ਕਹਿੰਦੇ ਆ ਕਿ ਤੁਸੀਂ ਆਤਮਿਕ ਜੀਵਨ ਜੀਵੋ, ਪ੍ਰਮਾਤਮਾ ਦਾ ਨਾਮ ਸਿਮਰਨ ਵਾਲਾ। ਉਦਮ ਕਰਿੰਦੇ ਆ ਜੀਓ ਤੂੰ। ਅੱਗੇ ਇੱਕ ਅਵਸਥਾ ਕਿ ਜਦੋਂ ਤੂੰ ਗੁਰੂ ਦੇ ਦਰ ਤੇ ਆਉਣਾ, ਫਿਰ ਕੀ ਕਰਨਾ ਹੈ ਕਿ ਤੂੰ ਗੁਰੂ ਦਾ ਜੋ ਉਪਦੇਸ਼ ਹੈ ਉਹਨੂੰ ਕਮਾਉਣਾ ਹੈ, ਉਹਦੀ ਕਮਾਈ ਕਰਨੀ ਹੈ, ਉਹਨੂੰ ਆਪਣੇ ਹਿਰਦੇ 'ਚ ਵਸਾਉਣਾ ਹੈ। ਉਸ ਸਤਿਗੁਰਾਂ ਦੇ ਉਪਦੇਸ਼ 'ਤੇ ਆਪਣਾ ਜੀਵਨ ਢਾਲਣਾ ਹੈ। ਉਦਮ ਕਰਿੰਦਿਆ ਜੀਓ ਤੂੰ, ਕਮਾਉਂਦਿਆ ਸੁਖ ਪੁੰਜ। ਜਿਹੜਾ ਫਿਰ ਗੁਰੂ ਦਾ ਉਪਦੇਸ਼ ਗ੍ਰਹਿਣ ਕਰਦਾ, ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਅਤੇ ਉਹਦੀ ਕਮਾਈ ਕਰਦਾ ਹੈ, ਆਪਣੇ ਜੀਵਨ ਨੂੰ ਢਾਲਦਾ ਹੈ ਸਤਿਗੁਰਾਂ ਦੇ ਉਪਦੇਸ਼ ਦੇ ਮੁਤਾਬਕ। ਫਿਰ ਸਤਿਗੁਰੂ ਕਹਿੰਦੇ ਆ ਕਿ ਉਦਮ ਕਰਿੰਦਿਆ ਜੀਓ ਤੋਂ ਕਮਾਉਂਦਿਆ ਸੁਖ ਪਹੁੰਚ, ਤੈਨੂੰ ਸਾਰੇ ਸੁਖ ਪ੍ਰਾਪਤ ਹੋਣਗੇ, ਕੋਈ ਚਿੰਤਾ ਨਹੀਂ ਹੋਵੇਗੀ ਤੈਨੂੰ। ਫਿਰ ਉਦਮ ਤਾਂ ਕਰਨਾ ਪਹਿਲਾ ਫਰਜ਼ ਬਣਦਾ ਹੈ। ਕਿਉਂਕਿ ਇੱਕ ਛੋਟੀ ਜਿਹੀ ਉਦਾਹਰਨ ਦੇਵਾਂ, ਆਪਣੇ 'ਚੋਂ ਕਿਸੇ ਨੇ ਵੀ ਫੋਰਨ ਕੰਟਰੀ ਜਾਣਾ ਹੋਵੇ ਜਾਂ ਦੂਜੇ ਸੂਬੇ ਜਾਣਾ ਹੋਵੇ ਜਾਂ ਦੂਰ ਦਾ ਸਫ਼ਰ ਕਰਨਾ ਹੋਵੇ, ਤਾਂ ਸਾਨੂੰ ਸਭ ਤੋਂ ਪਹਿਲਾਂ ਜੇ ਤਾਂ ਨੇੜੇ ਦਾ ਸਫ਼ਰ ਕਰਨਾ ਬੱਸ ਸਟੈਂਡ 'ਤੇ ਜਾਣਾ ਪਵੇਗਾ, ਉਦੋਂ ਦੂਰ ਦਾ ਸਫ਼ਰ ਕਰਨਾ ਤਾਂ ਤੁਹਾਨੂੰ ਰੇਲਵੇ ਸਟੇਸ਼ਨ 'ਤੇ ਜਾਣਾ ਪਵੇਗਾ। ਜੇ ਉਸ ਤੋਂ ਵੀ ਦੂਰ ਦਾ ਸਫ਼ਰ ਆ ਤਾਂ ਫਿਰ ਸਾਨੂੰ ਏਅਰਪੋਰਟ 'ਤੇ ਜਾਣਾ ਪਵੇਗਾ। ਕਦੇ ਵੀ ਐਸਾ ਨਹੀਂ ਹੋਇਆ ਕਿ ਮੁਸਾਫਰ ਨੂੰ ਬੱਸ ਜਿਹੜੀ ਉਹ ਉਦੋਂ ਘਰੋਂ ਲੈਣ ਆਵੇ, ਉਦਮ ਨਾ ਕਰਨਾ ਪਵੇ ਮੁਸਾਫਰ ਨੂੰ ਇੰਨਾ ਉਦਮ ਕਰਨਾ ਪਵੇਗਾ ਬੱਸ ਸਟੈਂਡ 'ਤੇ ਜਾਣ ਵਾਸਤੇ, ਜੇ ਬੱਸ ਦਾ ਸਫ਼ਰ ਕਰਕੇ ਪਹੁੰਚਣਾ ਮੰਜ਼ਿਲ 'ਤੇ। ਅਤੇ ਜੇ ਜ਼ਿਆਦਾ ਸਫ਼ਰ ਕਰਨਾ ਤਾਂ ਰੇਲਵੇ ਸਟੇਸ਼ਨ 'ਤੇ ਜਾਣਾ ਪਵੇਗਾ। ਕਦੀ ਰੇਲ ਚੱਲ ਕੇ ਘਰ ਨਹੀਂ ਆਵੇਗੀ ਲੈਣ ਵਾਸਤੇ ਮੁਸਾਫਰ ਨੂੰ। ਜੇ ਫੋਰਨ ਕੰਟਰੀ ਜਾਣਾ, ਦੂਰ ਦਾ ਸਫ਼ਰ ਆ, ਤਾਂ ਫਿਰ ਤੁਹਾਨੂੰ ਏਅਰਪੋਰਟ 'ਤੇ ਜਾਣਾ ਪਵੇਗਾ। ਕਦੀ ਜਹਾਜ਼ ਨਹੀਂ ਲੈਣ ਆਵੇਗਾ ਮੁਸਾਫਰ ਨੂੰ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਪਾਵਨ ਫਰਮਾਨ ਆਪਾਂ ਪੜ੍ਹਦੇ ਹਾਂ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸਮਝਾਈਏ। ਆਪਾਂ ਸਾਰਿਆਂ ਨੇ ਉਹ ਆਪਣੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਮਾਲਕ ਆ ਨਾ, ਪ੍ਰੀਤਮ ਮਾਲਕ ਸਾਡਾ ਅਕਾਲ ਪੁਰਖ ਹੈ, ਉਹਦੇ ਸੱਚਖੰਡ ਰੂਪੀ ਦੇਸ਼ ਵਿੱਚ ਜਾਣਾ ਹੈ। ਅਤੇ ਕਿਸ ਤਰ੍ਹਾਂ ਜਾਇਆ ਜਾ ਸਕਦਾ? ਉਹਦਾ ਇਹੀ ਹੈ, ਜਿਸ ਤਰ੍ਹਾਂ ਫੋਰਨ ਕੰਟਰੀ ਜਾਣ ਵਾਸਤੇ ਆਪਣੀ ਮੰਜ਼ਿਲ ਤੈਅ ਕਰਨ ਵਾਸਤੇ ਸਾਨੂੰ ਏਅਰਪੋਰਟ 'ਤੇ ਜਾਣਾ ਹੋਵੇਗਾ, ਉਦੋਂ ਨੇੜੇ ਦਾ ਸਫ਼ਰ ਹੋਵੇ ਤਾਂ ਸਾਨੂੰ ਸਟੇਸ਼ਨ 'ਤੇ ਜਾਣਾ ਪਵੇਗਾ, ਔਰ ਉਹ ਤੋਂ ਛੋਟਾ ਸਫ਼ਰ ਹੋਵੇ ਤਾਂ ਸਾਨੂੰ ਬੱਸ ਸਟੈਂਡ 'ਤੇ ਜਾਣਾ ਪਵੇਗਾ। ਇੰਨਾ ਉਦਮ ਕਰਨਾ ਪਵੇਗਾ। ਅਗਲਾ ਉਦਮ ਅਗਲਾ ਸਫ਼ਰ ਜਿਹੜਾ ਮੰਜ਼ਿਲ ਤੱਕ ਪਹੁੰਚਾਉਣਾ ਵਾ, ਜੇ ਬੱਸ ਸਟੈਂਡ 'ਤੇ ਜਾਂਦੇ ਹੋ ਤਾਂ ਬੱਸ ਲੈ ਕੇ ਜਾਏਗੀ, ਜੇ ਤੁਸੀਂ ਵਾਹਿਗੁਰੂ ਜਾਂਦੇ ਹੋ ਸਟੇਸ਼ਨ 'ਤੇ ਤਾਂ ਅਗਲਾ ਸਫ਼ਰ ਜਿਹੜਾ ਉਹ ਰੇਲ ਕਰੇਗੀ। ਅਗਲਾ ਸਫ਼ਰ ਕਰਨ ਦੀ ਲੋੜ ਨਹੀਂ, ਕੇਵਲ ਸਟੇਸ਼ਨ 'ਤੇ ਜਾਣ ਦੀ ਲੋੜ ਆ। ਏਅਰਪੋਰਟ 'ਤੇ ਜਾਣ ਦਾ ਉਦਮ ਹੈ, ਉਹ ਤੋਂ ਅਗਲਾ ਜਿਹੜਾ ਸਫ਼ਰ ਹੈ ਮੰਜ਼ਿਲ 'ਤੇ ਪਹੁੰਚਾਉਣਾ, ਉਹ ਜਹਾਜ਼ ਦਾ ਕੰਮ ਹੈ। ਇਸੇ ਤਰ੍ਹਾਂ ਸਤਿਗੁਰਾਂ ਨੇ ਕਿਹਾ ਕਿ ਉਦਮ ਕਰਨ ਵਾਲਿਆ, ਗੁਰੂ ਦੇ ਦਰ 'ਤੇ ਆਉਣ ਵਾਲਿਆ, ਜੇ ਪ੍ਰੀਤਮ ਦੇ ਦੇਸ਼ ਵਿੱਚ ਜਾਣਾ ਅਤੇ ਉਦਮ ਕੀਤਾ ਹੈ ਤਾਂ ਤੈਨੂੰ ਇਹ ਆਤਮਿਕ ਜੀਵਨ ਜਿਹੜਾ ਨਾਮ ਸਿਮਰਨ ਵਾਲਾ ਜੀਵਨ ਹੈ, ਤੈਨੂੰ ਸਦਾ ਇਹ ਜੀਵਨ ਬਣਿਆ ਰਹੇ, ਤੇਰਾ ਸਦਾ ਜੀਂਦਾ ਰਹੇ ਆਤਮਿਕ ਜੀਵਨ। ਅਤੇ ਫਿਰ ਕਿਹਾ ਜੇ ਕਮਾਈ ਕਰੇਗਾ, ਗੁਰੂ ਦਾ ਉਪਦੇਸ਼ ਦ੍ਰਿੜ ਕਰੇਗਾ, ਅਤੇ ਤੈਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ।
ਫਿਰ ਉਸ ਤੋਂ ਅਗਲਾ ਤੀਸਰਾ ਸਤਿਗੁਰਾਂ ਨੇ ਸਵਾਲ ਦੱਸਿਆ, ਉਦਮ ਕਰੇਂਦਿਆ ਜਿਉ ਤੂੰ ਕਮਾਵੰਦਿਆ ਸੁਖ ਪਹੁੰਚ, ਧਿਆਇਂਦਿਆ ਤੂੰ ਪ੍ਰਭੂ ਮਿਲ। ਕਮਾਈ ਕਰਕੇ ਕੀ ਕਰਨਾ? ਫਿਰ ਉਹੀ ਪ੍ਰਮਾਤਮਾ ਦਾ ਸਿਮਰਨ, ਨਾਮ ਦੀ ਕਮਾਈ ਕਰਨੀ ਹੈ, ਸਿਮਰਨ ਕਰਨਾ ਹੈ। ਚਿੰਤ ਤਹਿ ਦੀਸੇ ਸਭ ਕੋਏ, ਚੇਤੇ ਏਕ ਤਹੀਂ ਸੁਖ ਹੋਏ। ਜਦੋਂ ਇੱਕ ਨੂੰ ਆਪਣੇ ਚੇਤੇ ਵਿੱਚ ਲੈਣ ਦਾ, ਉਹਦਾ ਸਿਮਰਨ ਨਾਲ ਜੁੜ ਗਿਆ, ਫਿਰ ਕੀ ਹੋਵੇਗਾ? ਪਰਮਾਤਮਾ ਦੀ ਤੈਨੂੰ ਮਿਲਾਪ ਹੋਵੇਗਾ, ਉਹਦਾ ਤੈਨੂੰ ਪ੍ਰਾਪਤੀ ਹੋਵੇਗੀ। ਸਤਿਗੁਰਾਂ ਦੇ ਪਾਵਨ ਬਚਨ ਹੈ। ਜੇ ਅਸੀਂ ਇਸ ਬਚਨ ਨੂੰ ਕਮਾ ਲਈਏ ਤੇ ਅਸੀਂ ਆਪਣੇ ਪ੍ਰੀਤਮ ਦੇ ਦੇਸ਼ ਵਿੱਚ ਜਾ ਸਕਦੇ ਹਾਂ। ਅਗਲੀ ਜਿਹੜਾ ਸਫ਼ਰ ਹੈ, ਇਹ ਸਤਿਗੁਰੂ ਦਾ ਬਿਰਧ ਹੈ। ਜੋ ਸਰਣ ਆਵੈ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਇਹ ਮਾਲਕ ਦਾ, ਸਤਿਗੁਰਾਂ ਦਾ ਬਿਰਧ ਹੈ ਕਿ ਸਰਣ ਆਏ ਨੂੰ ਉਹ ਆਪਣੇ ਕੰਠ ਨਾਲ ਲਾਉਂਦੇ ਹਨ। ਗੱਲ ਸਰਣ ਆਉਣ ਦੀ ਹੈ। ਵੇਖੋ, ਇੱਕ ਹੋਰ ਬਿਰਧ ਹੈ ਮੇਰੇ ਮਾਲਕ ਦਾ, ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਪਾਵਨ ਫਰਮਾਨ ਹੈ। ਲੇਕਿਨ ਮੰਜ਼ਿਲ 'ਤੇ ਜਾਣਾ ਹੋਵੇ, ਨਾ ਜਹਾਜ਼ ਲੈਣ ਜਾਂਦਾ ਮੁਸਾਫਰ ਨੂੰ, ਨਾ ਬੱਸ ਲੈਣ ਜਾਂਦੀ, ਨਾ ਰੇਲ ਲੈਣ ਜਾਂਦੀ ਹੈ। ਪਰ ਸਤਿਗੁਰੂ ਦੇ ਦੇਸ਼ ਵਿੱਚ ਜਾਣਾ ਨਾ, ਪਰਮਾਤਮਾ ਦੇ ਦੇਸ਼ ਵਿੱਚ ਜਾਣਾ, ਤੇ ਸਤਿਗੁਰੂ ਆਪਣੇ ਸਿੱਖ ਨੂੰ ਅੱਗੇ ਹੋ ਕੇ ਲੈਣ ਚਲੇ ਜਾਂਦੇ ਹੈ। ਇਹ ਗੁਰੂ ਦਾ ਬਿਰਧ ਹੈ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲਈ ਤਾਂ ਹੈ। ਸਤਿਗੁਰੂ ਦੀ ਸ਼ਰਨ ਵਿੱਚ ਇੱਕ ਕਦਮ ਲੈ ਆਪਾਂ ਪੁੱਟਦੇ ਹਾਂ ਨਾ ਘਰ ਵਿੱਚੋਂ, ਤੇ ਸਤਿਗੁਰੂ ਕਰੋੜਾਂ ਕਦਮ ਅੱਗੇ ਹੋ ਕੇ ਲੈਂਦੇ ਆਪਣੇ ਸਿੱਖ ਨੂੰ। ਜਿਸ ਭਾਵਨਾ ਨਾਲ ਗੁਰੂ ਦੇ ਦਰ 'ਤੇ ਆਏ ਹੋ, ਉਸ ਭਾਵਨਾ ਤੋਂ ਜ਼ਿਆਦਾ ਕਈ ਸੈਂਕੜੇ, ਕੀ ਹਜ਼ਾਰਾਂ, ਕੀ ਲੱਖਾਂ, ਕੀ ਕਰੋੜਾਂ, ਕੋਈ ਗਿਣਤੀ ਨਹੀਂ ਕਿੰਨਾ ਉਹ ਵੱਧ ਸਤਿਗੁਰੂ ਸਾਡੇ 'ਤੇ ਬਖਸ਼ਿਸ਼ਾਂ ਕਰਦੇ ਹਨ ਭਾਵਨਾ ਤੋਂ। ਗੱਲ ਭਾਵਨਾ ਦੀ ਹੈ। ਸਤਿਗੁਰੂ ਕਿਰਪਾ ਕਰੇ, ਜਿਸ ਤਰ੍ਹਾਂ ਆਪ ਸਾਰੇ ਉਦਮ ਕਰਦੇ ਹੋ, ਇਹੀ ਉਦਮ ਸਤਿਗੁਰੂ ਦੀ ਬਖਸ਼ ਦਾ ਸਦਕਾ ਕਿ ਸਤਿਗੁਰੂ ਕਿਰਪਾ ਕਰਦੇ ਹਨ, ਫਿਰ ਸਾਨੂੰ ਜਿਹੜਾ ਆਤਮਿਕ ਜੀਵਨ ਉਹ ਪ੍ਰਾਪਤ ਹੁੰਦਾ ਹੈ। ਫਿਰ ਸਤਿਗੁਰੂ ਕਿਰਪਾ ਕਰਦੇ ਹਨ, ਜਦੋਂ ਆਪਾਂ ਗੁਰੂ ਦੀ ਰੇਂਜ ਵਿੱਚ ਆਉਂਦੇ ਹਾਂ, ਫਿਰ ਸਾਡਾ ਸਿੱਧਾ ਸੰਪਰਕ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਹੋ ਜਾਂਦਾ ਹੈ। ਜਿਸ ਤਰ੍ਹਾਂ ਟਾਵਰ ਤੋਂ ਬਗੈਰ ਸਾਡੇ ਕਿਸੇ ਨਾਲ ਸੰਪਰਕ ਨਹੀਂ ਹੋ ਸਕਦਾ, ਸਾਡਾ ਟੈਲੀਫੋਨ ਕਨੈਕਸ਼ਨ ਨਹੀਂ ਜੁੜ ਸਕਦਾ, ਇਸੇ ਤਰ੍ਹਾਂ ਪਰਮਾਤਮਾ ਨਾਲ ਕਨੈਕਸ਼ਨ ਜੋੜਨ ਵਾਲਾ ਗੁਰੂ ਦਾ ਦਰ ਹੀ ਇਹੀ ਅਸਲ ਟਾਵਰ ਹੈ, ਜਿੱਥੋਂ ਅਸੀਂ ਪਰਮਾਤਮਾ ਨਾਲ ਸਿੱਧਾ ਸਾਡਾ ਸੰਪਰਕ ਹੋ ਸਕਦਾ ਹੈ। ਸਤਿਗੁਰੂ ਕਿਰਪਾ ਕਰੇ, ਰਹਿਮਤ ਕਰੇ, ਤੁਹਾਡਾ ਉਦਮ ਇਸੇ ਤਰ੍ਹਾਂ ਬਣਦਾ ਰਹੇ। ਮੈਂ ਅਖੀਰ 'ਤੇ ਇੱਕ ਬੇਨਤੀ ਕਰਾਂਗਾ, ਜੋ ਵਿਸ਼ਾਲ ਸਿੰਘ ਜੀ ਬਹੁਤ ਕੁਝ ਮੇਰੇ ਬਾਰੇ ਕਹਿ ਗਏ ਆ, ਕਿ ਹਰ ਬੰਦੇ ਨੂੰ ਆਪਣੀ ਔਕਾਤ ਦਾ ਪਤਾ ਹੁੰਦਾ ਹੈ। ਉਹ ਗੱਲ ਵੱਖਰੀ ਆ ਕਿ ਜਦੋਂ ਗੁਰੂ ਦੇ ਦਰ 'ਤੇ, ਗੁਰੂ ਦੀ ਗੋਦ ਵਿੱਚ ਕੋਈ ਬੈਠ ਜਾਵੇ, ਉਹ 'ਚੋਂ ਕੁਛ ਤੁਹਾਨੂੰ ਝਲਕ ਆਉਂਦੀ ਹੋਵੇ, ਤਾਂ ਗੁਰੂ ਦੀ ਬਖਸ਼ਿਸ਼ ਗੁਰੂ ਦੀ ਰੇਂਜ ਵਿੱਚ ਆਉਂਦੀ ਹੈ, ਨਾ ਕਿ ਸੇਵਾਦਾਰ ਕੋਲੋਂ। ਮੇਰੇ ਸਤਿਕਾਰਯੋਗ ਸਿੰਘ ਸਾਹਿਬ ਜੀ ਬੈਠੇ ਆ, ਮੇਰੀ ਆਪਣੀ ਔਕਾਤ ਨਹੀਂ ਸੀ ਇਹ ਸੇਵਾ ਦੀ। ਮੈਨੂੰ ਹੁਣ ਵੀ ਜਦੋਂ ਸੇਵਾ ਸਤਿਗੁਰਾਂ ਨੇ ਸੰਪੂਰਨ ਕੀਤੀ, ਜਿੱਦਣ ਮੈਨੂੰ ਸਰੂਪਾ ਮਿਲਿਆ ਅੰਦਰੋਂ, ਕਈਆਂ ਨੇ ਫੋਨ ਕਰਕੇ ਪੁੱਛਿਆ, ਬਾਅਦ 'ਚ ਕਈਆਂ ਨੇ ਪੁੱਛਿਆ, ਜੀ ਤੁਹਾਨੂੰ ਸੇਵਾ ਮਤਲਬ ਹੋਰ ਨਹੀਂ ਮਿਲੀ, ਸੇਵਾ 'ਚ ਵਾਧਾ ਨਹੀਂ ਹੋਇਆ? ਮੈਂ ਜੀ 25.5 ਸਾਲ ਸਤਿਗੁਰਾਂ ਨੇ ਸੇਵਾ ਬਖਸ਼ਿਸ਼ ਕੀਤੀ ਹੈ। 25.5 ਸਾਲ, ਥੋੜ੍ਹਾ ਬੜਾ ਨਹੀਂ, ਕਿਉਂਕਿ 6ਵੇਂ ਪਾਤਸ਼ਾਹ ਅਤੇ 4ਥੇ ਪਾਤਸ਼ਾਹ 'ਚ ਕੋਈ ਫਰਕ ਨਹੀਂ। ਜੋ ਤਹਾ ਜੁਗਤ ਸਾਹਿ ਸਕਾਏ ਫਿਰ ਪਲਟੀਏ, ਕੇਵਲ ਚੋਲਾ ਬਦਲਿਆ, ਜੋਤ ਉਹੀ ਹੈ, ਜੁਗਤ ਵੀ ਉਹੀ ਹੈ। 6ਵੇਂ ਪਾਤਸ਼ਾਹ ਸਤਿਗੁਰਾਂ ਨੇ ਦਾਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਭ ਤੋਂ ਪਹਿਲਾਂ 5 ਪਿਆਰਿਆਂ ਦੀ ਸੇਵਾ ਦਿੱਤੀ, ਜਿਹਦੇ ਮੈਂ ਲਾਇਕ ਨਹੀਂ ਸੀ। ਮੈਂ ਜਦੋਂ ਭਰਤੀ ਹੋਇਆ 5 ਪਿਆਰਾ ਪੋਸਟ 'ਤੇ ਮੈਂ 6ਵੇਂ ਪਾਤਸ਼ਾਹ ਅੱਗੇ ਬੇਨਤੀ ਕੀਤੀ, ਅਰਦਾਸ ਕੀਤੀ ਆਣ ਕੇ, ਸਤਿਗੁਰੂ ਜੀ 5 ਪਿਆਰਿਆਂ ਦੀ ਬੜੀ ਮਹਾਨ ਸੇਵਾਵਾਂ ਹਨ, 5 ਪਿਆਰਿਆਂ ਦੀ ਸੇਵਾ 'ਚ ਲੱਗਣ ਵਾਲੇ ਦਾ ਬੜਾ ਉੱਚਾ ਸੁੱਚਾ ਜੀਵਨ ਚਾਹੀਦਾ। ਮੈਂ ਤਾਂ 5 ਪਿਆਰਿਆਂ ਦੀ ਸੇਵਾ 'ਚ ਲੱਗਣ ਵਾਲੇ ਦਾ ਚਰਨਾਂ ਦੀ ਧੂੜ ਵਰਗਾ ਵੀ ਨਹੀਂ। ਮੈਂ ਸਿਰਫ ਰੋਟੀ ਤੋਂ ਭੁੱਖਾ ਆਤਰ ਸਾਂ। ਇੱਥੇ ਪੋਸਟ ਖਾਲੀ ਮੈਂ ਭਰ ਦਿੱਤੀ ਹੈ, ਅਤੇ ਤੁਸੀਂ ਕਿਰਪਾ ਕਰੋ। ਮੈਂ ਲੱਗਣਾ ਤਾਂ ਗ੍ਰੰਥੀ ਚਾਹੁੰਦਾ ਸਾਂ, ਪਰ ਮੇਰੀ ਮਗਰ ਇੰਨੀ ਬੈਕ ਨਹੀਂ ਸੀ ਕਿ ਜਦੋਂ ਮੈਂ ਕੋਈ ਪ੍ਰੈਸ਼ਰ ਪਾ ਕੇ ਗ੍ਰੰਥੀ ਸਿੱਧਾ ਲੱਗ ਜਾਵਾਂ। ਇੱਥੇ ਪੋਸਟਾਂ ਖਾਲੀ 5 ਪਿਆਰਿਆਂ ਦੀ, ਮੈਂ ਇਹ ਕਰਕੇ ਪੋਸਟ ਇਹ ਭਰ ਕੇ ਇੱਥੇ ਆਇਆ। ਕਿਰਪਾ ਕਰਕੇ ਮੈਨੂੰ ਬਖਸ਼ ਲਿਓ।
ਸਤਿਗੁਰਾਂ ਨੇ ਕਿਰਪਾ ਕੀਤੀ ਮੇਰੇ ਤੇ। ਮੈਂ ਪਹਿਲਾਂ ਹੀ ਅੰਮ੍ਰਿਤ ਉਚਾਰ ਕੀਤਾ ਤੇ ਮੈਨੂੰ ਗ੍ਰੰਥੀ ਲਾਤਾ ਮਹਾਰਾਜ ਨੇ ਬਿਨਾਂ ਐਪਲੀਕੇਸ਼ਨ ਤੋਂ। ਉਸ ਤੋਂ ਉਪਰੰਤ ਮੈਂ 12 ਸਾਲ ਗ੍ਰੰਥੀ ਦੀ ਸੇਵਾ ਸਤਿਗੁਰਾਂ ਨੇ ਉੱਥੇ ਮੇਰੇ ਕੋਲ ਲਈ। ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਭਗਵਾਨ ਸਿੰਘ ਜੀ ਹੈਡ ਗ੍ਰੰਥੀ ਸਨ, ਉਹ ਰਿਟਾਇਰ ਹੋਏ ਤਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੀ ਕਲਾ ਵਰਤੀ। ਕਿਉਂਕਿ ਜਿੰਨੀਆਂ ਵੀ ਸੰਸਾਰ ਦੀਆਂ ਤਕਨੀਕਾਂ ਨਾ ਸਾਇੰਸ ਦੀਆਂ, ਅੱਜ ਕੰਪਿਊਟਰੀ ਯੁੱਗ ਹੈ, ਬੜੀਆਂ ਬੜੀਆਂ ਤਕਨੀਕਾਂ ਆਈਆਂ ਹਰ ਕੰਮ ਵਿੱਚ, ਲੇਕਿਨ ਜੋ ਗੁਰੂ ਦੀ ਤਕਨੀਕ ਆ ਉਸ ਤਕਨੀਕ ਤੱਕ ਕੋਈ ਨਹੀਂ ਪਹੁੰਚ ਸਕਿਆ, ਨਾ ਪਹੁੰਚ ਸਕੇਗਾ। ਉਹਨੇ ਜਦੋਂ ਕਿਸੇ ਤੇ ਬਖਸ਼ਿਸ਼ ਕਰਨੀ, ਰਹਿਮਤ ਕਰਨੀ ਹੈ, ਸਭ ਤਕਨੀਕਾਂ ਫੇਲ ਹੋ ਜਾਂਦੀਆਂ ਹਨ। ਸਤਿਗੁਰਾਂ ਨੇ ਕਿਰਪਾ ਕੀਤੀ, ਰਹਿਮਤ ਕੀਤੀ ਹੈ, ਕਿਉਂਕਿ ਹਰ ਚੀਜ਼ ਦੀ ਸੀਮਾ ਹੁੰਦੀ ਹੈ, ਲੇਕਿਨ ਸਤਿਗੁਰੂ ਦੀ ਤਰਸ ਦੀ ਕੋਈ ਸੀਮਾ ਨਹੀਂ ਕਿ ਕਿੰਨਾ ਕੁ ਤਰਸ ਕਰ ਸਕਦੇ ਆ। ਮੇਰੇ ਤੇ ਜਿੰਨੀ ਵੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਤਰਸ ਕਰਕੇ ਕੀਤੀ ਹੈ। ਹੋਰ ਮੇਰੀ ਆਪਣੀ ਕੋਈ ਔਕਾਤ ਨਹੀਂ। ਸਿਰਫ ਇੰਨਾ ਕੁ ਜ਼ਰੂਰ ਹੈ, ਤੁਸੀਂ ਇਹ ਮਹਿਸੂਸ ਕਰ ਲਿਓ, ਭਾਵੇਂ ਇਹ ਗੱਲ ਮੈਂ ਸੱਚੀ ਕਹਿ ਦਿੰਦਾ ਕਿ ਮੈਨੂੰ ਗੁਰੂ ਇੰਨਾ ਕੁ ਡਰਾ ਕੇ ਰੱਖਦਾ ਕਿ ਝੂਠ ਨਹੀਂ ਬੋਲਣਾ। ਇਹ ਮੈਂ ਸੱਚ ਕਹਿ ਰਿਹਾ ਕਿ ਮੇਰੀ ਆਪਣੀ ਔਕਾਤ ਨਹੀਂ ਸੀ ਮੈਂ ਇਸ ਸੇਵਾ ਦੀ, ਇਹ ਸੱਚ ਹੈ। ਫਿਰ ਸਤਿਗੁਰਾਂ ਨੇ ਮੈਨੂੰ 6 ਸਾਲ ਹੈਡ ਗ੍ਰੰਥੀ ਦੀ ਸੇਵਾ ਅਕਾਲ ਤਖ਼ਤ ਸਾਹਿਬ ਤੇ ਕਰਵਾਈ, ਜੋ ਮੇਰੇ ਵੱਸ ਦੀ ਗੱਲ ਨਹੀਂ। ਉਸ ਤੋਂ ਉਪਰੰਤ ਮੇਰਾ ਹਾਲ 2009 'ਚ 23 ਫਰਵਰੀ ਨੂੰ ਸਿੰਘ ਸਾਹਿਬਾਂ ਨੇ ਆਪਸ ਵਿੱਚ ਦੀ ਰਾਏ ਕੀਤੀ। ਉਸ ਮੌਕੇ ਦੇ ਸਿੰਘ ਸਾਹਿਬਾਂ ਨੇ ਕਿ ਆਪਾਂ ਸਿੰਘ ਸਾਹਿਬ ਘੱਟ ਆ ਤੇ ਉੱਚ ਸਿੰਘ ਸਾਹਿਬ ਦੀ ਨਿਯੁਕਤੀਆਂ ਹੋਈਆਂ, ਲੇਕਿਨ ਉਹ ਸੰਗਤਾਂ ਨੇ ਵਿਰੋਧ ਕੀਤਾ ਹੈ, ਜਥੇਬੰਦੀਆਂ ਨੇ ਵਿਰੋਧ ਕੀਤਾ, ਤੇ ਕਿਸ ਤਰੀਕੇ ਨਾਲ ਉਹ ਸਿੰਘ ਸਾਹਿਬਾਂ ਨੂੰ ਨਿਯੁਕਤੀ ਕਰਾਈਏ ਜਿਹਨਾਂ ਤੇ ਕੋਈ ਕਿੰਤੂ ਪਰੰਤੂ ਨਾ ਹੋਵੇ। ਉਹਦੇ 'ਚ ਇਹਨਾਂ ਨੇ ਮੇਰਾ ਨਾਂ ਰੱਖ ਲਿਆ, ਮੈਨੂੰ ਪਤਾ ਨਹੀਂ। 23 ਫਰਵਰੀ ਨੂੰ ਮੈਨੂੰ ਉਹਨਾਂ ਨੇ ਫੋਨ ਕੀਤਾ, ਸਿੰਘ ਸਾਹਿਬ ਜੀ ਨੇ ਮੈਨੂੰ ਕਹਿੰਦੇ ਵੀ ਕਿੱਥੇ ਹੋ? ਮੈਂ ਘਰ ਹਾਂ ਜੀ। ਕਹਿੰਦੇ 2 ਮਿੰਟ ਆਇਆ, ਤੁਹਾਡੇ ਨਾਲ ਕੋਈ ਵਿਚਾਰ ਕਰਨਾ। ਮੈਂ ਕਿਹਾ ਜੀ ਸੌਖਾ? ਕਹਿੰਦੇ ਸੌਖੀ ਹੈ। ਮੈਂ ਆਇਆ, ਮੈਨੂੰ ਸਿੰਘ ਸਾਹਿਬ ਨੇ ਕਿਹਾ, ਗਿਆਨੀ ਮੱਲ ਸਿੰਘ ਜੀ ਨੇ ਮੈਨੂੰ ਕਹਿੰਦੇ ਵੀ ਸਿੰਘ ਸਾਹਿਬ ਜੀ ਅੰਦਰ ਨਿਯੁਕਤੀ ਹੋਣੀ ਹੈ, ਪ੍ਰਧਾਨ ਸਾਹਿਬ ਨਾਲ ਗੱਲ ਹੋ ਚੁੱਕੀ ਹੈ ਤੇ ਅੰਦਰ ਦੀ ਸੇਵਾ। ਮੈਂ ਸਿੰਘ ਸਾਹਿਬ ਜੀ ਹੱਥ ਜੋੜ ਕੇ ਬੇਨਤੀ ਕਰਾਂ, 100 ਨੰਬਰ ਦਾ ਪੇਪਰ ਕੁਐਸਚਨ ਪੈਂਦਾ, ਪੇਪਰ ਜਦੋਂ ਹੁੰਦੇ ਬੱਚਿਆਂ ਦੇ 33 ਵਾਲਾ ਪਾਸ ਹੁੰਦਾ, 50 ਤੋਂ ਉੱਪਰ ਮੈਰਿਟ 'ਚ ਆਉਂਦਾ ਜੋ ਰੂਟੀਨ ਹੈ, ਤੇ ਲੇਕਿਨ ਜਿਹੜਾ ਕੁਛ ਵੀ ਨਾ ਕਰੇ ਉਹਨੂੰ 0 ਨੰਬਰ ਮਿਲਦਾ। ਕੰਮ ਕਰੇ ਲੇਕਿਨ ਗਲਤ ਹੋ ਜਾਵੇ, ਕੋਈ ਸਾਰੇ ਕੁਐਸਚਨ ਆਨਸਰ ਨਾ ਸਹੀ ਹੋਣ ਤੇ ਉਹਨੂੰ ਗੋਲ ਸਿਰਫ 0 ਮਿਲਦਾ ਪੁਆਇੰਟ, ਕਿਉਂਕਿ ਉਹਨੇ ਕੁਛ ਨਾ ਕੁਛ ਕੀਤਾ, ਭਾਵੇਂ ਗਲਤੀ ਹੋਇਆ ਉਹਦੇ ਕੋਲੋਂ, ਉਹ 0 ਪੁਆਇੰਟ। ਮੈਂ ਕਿਹਾ ਮੇਰਾ ਤੇ 0 ਪੁਆਇੰਟ ਵੀ ਨਹੀਂ, ਕੀਤਾ ਕੱਖ ਨਹੀਂ। ਮੈਂ ਕਿਹਾ ਪੇਪਰ ਤੇ ਖਾਲੀ ਹੈ। ਮੈਂ ਕਿਹਾ ਮੈਂ ਕਿਹਾ ਐਡੀ ਵੱਡੀ ਸੇਵਾ ਮੇਰੇ ਵੱਸ ਦੀ ਗੱਲ ਨਹੀਂ। 6ਵੇਂ ਪਾਤਸ਼ਾਹ ਨੇ ਮੈਨੂੰ ਆਪਣੇ ਕਿਲ੍ਹੇ ਵਿੱਚ ਢੱਕ ਕੇ ਰੱਖਿਆ, ਨਾ ਮੈਨੂੰ ਕੋਈ ਜਾਣੇ ਨਾ ਮੈਨੂੰ ਕੋਈ ਪਛਾਣੇ, ਤੇ ਮੈਨੂੰ ਉਹ 6ਵੇਂ ਪਾਤਸ਼ਾਹ ਦੇ ਦਰ ਤੇ ਢੱਕਿਆ ਰਹਿਣ ਦਿਓ, ਮੇਰਾ ਜਲੂਸ ਨਾ ਕੱਢੋ, ਮੈਂ ਉੱਥੇ ਦੀ ਸੇਵਾ ਦੇ ਲਾਇਕ ਨਹੀਂ, ਮੇਰੇ ਕੋਲ ਸੇਵਾ ਨਹੀਂ ਹੋ ਸਕਦੀ ਹਰਿਮੰਦਰ ਸਾਹਿਬ ਦੀ। ਮੈਨੂੰ ਕਹਿੰਦੇ ਜੋ ਤੁਸੀਂ ਉੱਥੇ ਕਰਦੇ ਹੋ ਇੱਥੇ। ਮੈਂ ਨਾ ਕਰਨਾ ਤੇ ਭਾਵੇਂ ਉਹ ਹੁਕਮਨਾਮਾ ਰਹਿ ਸੀ ਕਰਨੀ ਹੈ, ਪਰ ਮੇਰੇ ਵੱਸ ਦੀ ਗੱਲ ਨਹੀਂ। ਹਰਿਮੰਦਰ ਸਾਹਿਬ ਦਾ, ਸੱਚਖੰਡ ਦਾ ਪ੍ਰਭਾਵ ਸੰਸਾਰ ਤੋਂ ਵੱਖਰਾ ਹੈ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੂੰ ਆਪ ਤਿਆਰ ਕੀਤਾ, ਆਪ ਬਣਾਇਆ ਹੈ, ਮੇਰੇ ਵੱਸ ਦੀ ਗੱਲ ਨਹੀਂ। ਮੈਂ ਹੱਥ ਜੋੜੇ, ਪਰ ਸਿੰਘ ਸਾਹਿਬਾਂ ਨੇ ਫਿਰ ਉੱਥੇ ਮੈਨੂੰ ਕਹਿੰਦੇ ਵੇਖੋ ਨਾ ਤੁਹਾਡੀ ਐਪਲੀਕੇਸ਼ਨ, ਨਾ ਤੁਹਾਡੀ ਵਿਚਾਰ ਆ, ਲੇਕਿਨ ਇਹ ਸਿੰਘ ਸਾਹਿਬਾਂ ਨੇ ਵਿਚਾਰ ਕੀਤੀ, ਗੁਰੂ ਰਾਮਦਾਸ ਨੇ ਕਿਰਪਾ ਕੀਤੀ ਤੁਹਾਡੇ ਤੇ ਗੁਰੂ ਰਾਮਦਾਸ ਤੁਹਾਡੇ ਤੇ ਤਰੁੱਠਿਆ, ਤੁਹਾਨੂੰ ਇਹ ਬਖਸ਼ਿਸ਼ ਕਰਨ ਲੱਗਾ, ਤੁਸੀਂ ਝੋਲੀ ਕਰਨਾ ਕੁਛ ਨਹੀਂ ਹੋਰ। ਮੈਂ ਕਿਹਾ ਜੀ ਮੇਰੇ ਵੱਸ ਦੀ ਗੱਲ ਨਹੀਂ। ਚਲੋ ਇਹਨਾਂ ਨੇ ਮੁੜ ਕੇ ਮਤਾ ਕਰਨ ਲੱਗੇ। ਮੈਂ ਫਿਰ ਇੱਕ ਬੇਨਤੀ ਹੱਥ ਜੋੜ ਕੇ ਕੀਤੀ। ਮੈਂ ਕਿਹਾ ਜੀ ਇੱਕ ਬੇਨਤੀ ਕਰ ਸਕਦਾ? ਕਹਿੰਦੇ ਕਰੋ, ਕੀ ਹੁਕਮ ਹੈ? ਮੈਂ ਕਿਹਾ ਜੀ ਬੇਨਤੀ ਹੈ, ਜੇ ਤੁਸੀਂ ਗੁਰੂ ਸਾਹਿਬ ਜੀ ਤੋਂ, ਗੁਰੂ ਰਾਮਦਾਸ ਜੀ ਮਹਾਰਾਜ ਤੋਂ ਸੇਵਾ ਲੈ ਕੇ ਦੇਣੀ ਹੈ
ਤੇ ਇੱਕ ਮੇਰੀ ਬੇਨਤੀ ਹੈ ਕਿ ਗੁਰੂ ਅੱਗੇ ਅਰਦਾਸ ਕਰਕੇ ਤੇ ਮੈਨੂੰ ਇਹ ਸੇਵਾ ਕਰਨ ਦੀ ਬੁੱਧੀ ਵੀ ਲੈ ਕੇ ਦਿਓ, ਇਹ ਵੀ ਮੇਰੀ ਝੋਲੀ 'ਚ ਪਾਇਆ, ਮੈਂ ਸੇਵਾ ਕਰ ਸਕਾਂ, ਮੇਰੇ ਵਾਸਤੇ ਗੱਲ ਨਹੀਂ। ਯਕੀਨ ਕਰਕੇ ਜਾਣਿਓ, ਚਲੋ ਉਹਨਾਂ ਨੇ ਸਿੰਘ ਸਾਹਿਬਾਂ ਨੇ ਆਪ ਹੀ ਚਿੱਠੀ ਲਿਖਤੀ ਪ੍ਰਧਾਨ ਨੂੰ। 26 ਫਰਵਰੀ ਨੂੰ ਮੀਟਿੰਗ ਸੀ ਐਗਜੈਕਟਿਵ ਦੀ। 26 ਤਰੀਕ ਨੂੰ ਜਦੋਂ ਮੀਟਿੰਗ ਸੀ ਤੇ ਮੈਂ ਜਲੰਧਰ ਗਿਆ ਹੋਇਆ ਹਾਂ, ਮੇਰੀ ਬੇਟੀ ਉੱਥੇ ਪੜ੍ਹਦੀ ਸੀ। ਕੁਦਰਤੀ ਮੇਰਾ ਫੋਨ ਵੀ ਕਰ ਰਹਿ ਗਿਆ। ਜਦੋਂ ਵਾਪਸ ਆਇਆ ਤੇ ਮੀਟਿੰਗ ਤਾਂ ਹੋ ਚੁੱਕੀ, ਪਤਾ ਹਜੇ ਮੀਟਿੰਗ ਹੋ ਰਹੀ ਉੱਥੇ, ਤਾਂ ਪਤਾ ਵੀ ਅੱਜ ਮੀਟਿੰਗ ਇਹਨਾਂ ਨੇ ਉੱਥੇ ਲੈ ਜਾਣਾ ਮੇਰਾ ਕੇਸ। ਅੱਛਾ, ਕੀ ਹੋਇਆ ਕਿ ਉਹ ਨਿਯੁਕਤੀ ਹੋ ਗਈ। ਮੈਨੂੰ ਸ਼ਾਮਾਂ ਨੂੰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵੇਲੇ ਮੈਨੂੰ ਕਹਿੰਦੇ ਵਧਾਈ ਹੋਵੇ। ਮੈਂ ਸੀ ਤਾਂ ਮੈਂ ਉਹਨਾਂ ਨੂੰ ਵਧਾਈ ਦਿੱਤੀ, ਮੈਂ ਤੁਹਾਡੀ ਬੇਟੀ ਦਾ ਵਿਆਹ ਹੋਇਆ, ਵਧਾਈ ਹੋਵੇ ਤੁਹਾਨੂੰ। ਕਹਿੰਦੇ ਤੁਹਾਨੂੰ ਵੀ ਵਧਾਈ। ਮੈਂ ਕਾਹਦੀ? ਕਹਿੰਦੇ ਤੁਹਾਨੂੰ ਅੰਦਰ ਦੀ ਸੇਵਾ ਮਿਲ ਗਈ ਆ। ਮੈਂ ਹੋ ਗਿਆ ਮਤਾ? ਕਹਿੰਦੇ ਹੋ ਗਿਆ। ਬਸ ਇੰਨੀ ਗੱਲ ਸੁਣੀ ਤੇ ਮੇਰੇ ਅੰਦਰ ਇੰਨੀ ਚਿੰਤਾ। ਮੈਂ ਕਿਹਾ ਤੁਹਾਡਾ ਭਲਾ ਹੋ ਜੇ। ਤੇ ਹੁਣ ਤਾਂ ਜਿਹੜਾ ਨਿਯੁਕਤੀ ਹੋ ਗਈ ਆ ਤੇ ਰਸਮ ਵੀ ਹੋ ਜਾਣੀ ਆ, ਅੰਦਰ ਲੈ ਜਾਣਾ ਇਹਨਾਂ ਨੇ। ਤੇ ਅੰਦਰ ਜਾ ਕੇ ਹੁਕਮਨਾਮਾ ਕਿਸ ਤਰ੍ਹਾਂ ਕਰੇਗਾ? ਬੜੀ ਮੁਸ਼ਕਿਲ ਗੱਲ। ਹੱਥ ਲਿਖ ਸਰੂਪ ਆ ਉੱਥੇ। ਮੈਂ ਫਿਰ ਹਰ ਵਕਤ ਚਿੰਤਾ ਜੀ। ਮੈਂ ਕਾਲਸਾ ਸਾਹਮਣੇ ਜਾ ਕੇ ਰਹਿਰਸ ਕੀਤੀ 26 ਦੀ ਰਾਤ, 27 ਦੀ ਰਾਤ ਤੇ 28 ਦੀ ਰਾਤ। ਤੇ 27 ਤੇ 28 ਦਾ 2 ਦਿਨ ਤੇ 3 ਰਾਤਾਂ ਮੈਨੂੰ ਪੂਰੀ ਨੀਂਦ ਨਹੀਂ ਆਈ। ਮੈਨੂੰ ਇਹ ਚਿੰਤਾ ਕਿ ਹੁਣ ਉੱਥੇ ਕੀ ਕਰੇਗਾ, ਤੇਰੇ ਕੋਲ ਸੇਵਾ ਨਹੀਂ ਨਿਭਾਈ ਜਾਣੀ, ਤੇਰਾ ਜਲੂਸ ਨਿਕਲੇਗਾ। ਮੈਂ ਆਪਣੇ ਆਪ ਨੂੰ ਕੋਸਣਾ, ਔਰ ਵੇਲ ਸਿਆ ਤੂੰ ਨਾ ਤਾਂ ਕੀਤੀ ਹੈ, ਨਾ ਤਾਂ ਕਰੀ ਗਿਆ, ਆਪਣੀ ਔਕਾਤ ਦੱਸੀ ਗਿਆ ਕਿ ਮੇਰੇ ਵੱਸ ਦੀ ਗੱਲ ਨਹੀਂ। ਲੇਕਿਨ ਜਦੋਂ ਉਹ ਤੈਨੂੰ ਮਜਬੂਰ ਕਰੀ ਜਾਂਦੇ ਸੀ ਵੀ ਤੂੰ ਗੁਰੂ ਸਾਹਿਬ ਸੇਵਾ ਦੇ ਰਹੇ, ਉਦੋਂ ਤੂੰ ਲੰਮਾ ਪੈ ਜਾਣਾ, ਮੈਂ ਜਾਣਾ ਹੀ ਨਹੀਂ। ਤੇ ਫਿਰ ਵੱਧ ਜਾਨੂੰ ਹੁਣ ਤਾਂ ਤੈਨੂੰ ਜਾਣਾ ਪੈਣਾ, ਨਿਯੁਕਤੀ ਹੋ ਗਈ, ਰਸਮ ਹੋ ਜਾਣੀ ਹੈ। ਮੈਨੂੰ 3 ਰਾਤਾਂ ਤੇ 2 ਦਿਨ ਇਹੀ ਚਿੰਤਾ ਲੱਗੀ ਰਹੀ। 8 ਵਜੇ ਦੀਵਾਨ ਸਾਹਿਬ ਜੀ ਗਿਆ ਅਕਾਲ ਤਖ਼ਤ ਸਾਹਿਬ ਤੇ। ਮੈਂ ਹੁਕਮਨਾਮਾ ਜਿਹੜਾ ਪਹਿਲਾ ਅਕਾਲ ਤਖ਼ਤ ਸਾਹਿਬ ਦੇ ਵਾਹਿਗੁਰੂ ਆਸਰੇ ਦੀ ਵਾਰ ਤੋਂ ਬਾਅਦ ਮੈਂ ਹੀ ਲੈਣਾ ਹੈ, ਹੁਕਮਨਾਮਾ ਲਿਆ। ਬਾਕੀ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ ਤੇ ਗਿਆਨੀ ਮਾਨ ਸਿੰਘ ਜੀ ਉਹ ਆਏ ਹੋਏ ਸਨ, ਦਰਸ਼ਨ ਜਿਹੜੀ ਬੈਠੇ ਹੋਏ ਸਨ। ਕਿਉਂਕਿ ਰਸਮ ਆ ਕਿ ਸਭ ਤੋਂ ਪਹਿਲਾਂ ਉਹ ਹੈਡ ਗ੍ਰੰਥੀ ਸਾਹਿਬਾਨ ਨੂੰ ਚੋਲੇ ਪਹਿਨਾਉਂਦੇ ਹਨ, ਜਿਹੜੇ ਅੰਦਰ ਸੇਵਾ ਕਰਨ ਵਾਸਤੇ ਜਾਣ ਵਾਸਤੇ। ਜਦੋਂ ਉਹਨਾਂ ਨੇ ਉੱਥੇ ਮੈਨੂੰ ਫੋਨ ਕੀਤਾ, ਕਹਿੰਦੇ ਕਿੱਥੋਂ? ਮੈਂ ਤਖ਼ਤ ਸਾਹਿਬ ਤੋਂ। ਕਹਿੰਦੇ ਵੀ ਆ ਜਾਓ, ਬਾਕੀ ਸਿੰਘ ਸਾਹਿਬ ਆ ਗਏ, ਤੁਸੀਂ ਵੀ ਆ ਜਾਓ। 8 ਵਜੇ ਤੱਕ ਮੈਨੂੰ, 8:15 ਵਜੇ ਤੱਕ ਮੈਨੂੰ ਇਹੀ ਚਿੰਤਾ ਲੱਗੀ ਵੀ ਕੀ ਹੋਏਗਾ। ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਦੀ ਸੇਵਾ ਦਾ ਚੋਲਾ ਮੈਨੂੰ ਪਾਤਾ ਨਾ ਉੱਥੇ ਦਰਸ਼ਨ ਡੇੜੀ ਵਿੱਚ, ਤੇ ਦੀਵਾਨ ਵਿੱਚ ਪ੍ਰਧਾਨ ਸਾਰੀਆਂ ਜਥੇਬੰਦੀਆਂ ਆਈਆਂ ਸੀ, ਉੱਥੇ ਰਸਮ ਹੋਣੀ ਸੀ। ਜਦੋਂ ਚੋਲਾ ਪਾ ਦਿੱਤਾ ਤੇ ਫਿਰ ਮੇਰੇ ਮਨ 'ਚ ਸਾਰੇ ਚਿੰਤਾਵਾਂ ਖਤਮ ਹੋ ਗਈਆਂ ਵੀ ਹੁਣ ਕੀ ਹੋਏਗਾ। ਕੋਈ ਨਹੀਂ, ਮੈਨੂੰ ਪਤਾ, ਮੈਂ ਅਸਲੀਅਤ ਦੱਸ ਰਿਹਾ ਤੁਹਾਨੂੰ। ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਅਰਦਾਸ ਹੋਈ, ਸਾਰਾ ਰਸਮ ਹੋਈ, ਤੇ ਮੁੜ ਕੇ ਸਾਰੇ ਸਿੰਘ ਸਾਹਿਬ ਨੂੰ ਅੰਦਰ ਲੈ ਕੇ ਜਾਂਦੇ ਸਾਰਿਆਂ ਨੂੰ। ਅਸੀਂ 3 ਜਾਣੇ ਹਾਂ। ਮੇਰਾ ਸਭ ਤੋਂ ਉੱਪਰ ਨਾਂ ਸੀ, ਸੀਨੀਅਰਟੀ ਮੇਰੀ ਉੱਪਰ ਸੀ। ਸਭ ਤੋਂ ਪਹਿਲਾਂ ਮੈਨੂੰ ਤਾਬੇ ਬਿਠਾ ਦਿੱਤਾ ਹੁਕਮਨਾਮਾ ਲੈਣ ਵਾਸਤੇ। ਤੇ ਹੁਕਮਨਾਮਾ ਆਇਆ ਆਦਿ ਪੂਰਨ ਮੱਧ ਪੂਰਨ ਅੰਤ ਪਰਮੇਸ਼ਰ ਹੈ। ਹੁਕਮਨਾਮਾ ਲਿਆ ਤੇ ਮੈਂ ਜਦੋਂ ਰਸਮ ਹੋਈ ਉੱਥੇ ਵੀ ਮੈਂ ਹੱਸਦਾ। ਹੁਣ ਮੈਨੂੰ ਕੀ ਪਤਾ ਮੈਂ ਹੱਸ ਰਿਹਾ ਕਿ ਨਹੀਂ ਹੱਸ ਰਿਹਾ। ਅੱਛਾ, ਉਹ ਸਾਰੀਆਂ ਫੋਟੋਆਂ ਲੱਥੀਆਂ। ਮੈਂ ਬਾਅਦ 'ਚ ਵੀਡੀਓ ਦੇਖੀ। ਮੈਂ ਕਿਹਾ ਤਾਂ ਆਹ ਕੀ ਕਰਦਾ ਰਿਹਾ। ਮੈਂ ਕਮਲ ਕਦੋਂ ਰਿਹਾ। ਸੰਗਤ ਕਹਿੰਦੀ ਹੋ ਗਈ ਆਉਂਦਾ ਊੜਾ ਨਹੀਂ ਗਾ। ਤੇ ਕਿੱਡਾ ਖੁਸ਼ ਵਾ ਸਿੰਘ ਸਾਹਿਬ ਬਣ ਕੇ। ਮੇਰਾ ਕਹਿਣ ਦਾ ਭਾਵ ਇਹ ਕਿ ਮੈਨੂੰ ਨਹੀਂ ਉਸ ਥਾਂ 'ਤੇ ਕੋਈ ਚਿੰਤਾ ਨਹੀਂ ਹੈਗੀ। ਪਹਿਲਾਂ ਬੜੀ ਚਿੰਤਾ ਸੀ ਕੀ ਕਰਾਂਗਾ, ਪਰ ਗੁਰੂ ਸਾਹਿਬ ਨੇ ਸੇਵਾ ਲਈ ਹੈ। ਹੁਣ ਤੁਸੀਂ ਕਿਤੇ ਦੇਖ ਲਿਓ, ਸ਼ਾਇਦ ਵਟਸਐਪ 'ਤੇ ਪਈ ਹੋਊਗੀ, ਹੁਣ ਵੀ ਨਹੀਂ ਮੈਨੂੰ ਪਤਾ। ਜਦੋਂ ਮੈਨੂੰ ਸੇਵਾ ਦੇ ਸਰੋਪਾ ਦਿੱਤਾ ਤਾਂ ਤੁਸੀਂ ਵਟਸਐਪ 'ਤੇ ਦੇਖੋ। ਮੈਂ ਬਾਅਦ 'ਚ ਵਟਸਐਪ 'ਤੇ ਵੇਖੀਆਂ ਮੇਰੇ ਹੱਸਦੇ ਦੀਆਂ ਖੱਖੜ ਖੜਾ ਕੇ ਮੇਰੇ ਦੰਦ ਦੇਣ ਡਏ ਆ ਫੋਟੋ 'ਤੇ। ਮੇਰਾ ਕਹਿਣ ਦਾ ਭਾਵ ਕਿ ਗੁਰੂ ਨੇ ਕਿਰਪਾ ਕੀਤੀ ਹੈ ਜੀ, ਉਹਨੇ ਹੀ ਸੇਵਾ ਦਿੱਤੀ ਹੈ। ਮੇਰੇ ਆਪਣੀ ਵੱਸ ਦੀ ਗੱਲ ਕੋਈ ਨਹੀਂ, ਮੇਰੀ ਆਪਣੀ ਕੋਈ ਔਕਾਤ ਨਹੀਂ ਸੀ। ਉਸੇ ਨੇ ਸੇਵਾ ਕਰਵਾਈ ਹੈ। ਬੜੀ ਕਿਰਪਾ ਕੀਤੀ, ਬੜਾ ਤਰਸ ਕੀਤਾ। ਉਹਦੀ ਬਾਕੀ ਹਰ ਗੱਲ ਦੀ ਕੋਈ ਸੀਮਾ ਹੈ, ਪਰ ਗੁਰੂ ਦੇ ਤਰਸ ਦੀ ਕੋਈ ਸੀਮਾ ਨਹੀਂ। ਬਹੁਤ ਮੇਰੇ 'ਤੇ ਤਰਸ ਕੀਤਾ ਮੇਰੇ ਮਾਲਕ ਨੇ। ਉਹਦਾ ਤਰਸ ਕਰਕੇ ਹੀ ਸਤਿਗੁਰਾਂ ਨੇ ਸੇਵਾ ਦਿੱਤੀ ਹੈ। ਨਹੀਂ ਤੇ ਸਤਿਗੁਰਾਂ ਦਾ ਪਾਵਨ ਬਚਨ ਉਹਨਾਂ ਵਾਸਤੇ ਨਹੀਂ, ਇਹ ਸਾਡੇ ਵਰਗੇ ਗਰੀਬਾਂ ਵਾਸਤੇ ਹੀ। ਜੋ ਹਮਰੀ ਬਦ ਹੋਤੀ ਮੇਰੇ ਸਤਿਗੁਰਾ ਸਭੇ ਤੁਮਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀ ਰੇ ਹਮ ਥਾਪੇ। ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਆਪਣੀ ਦਸ਼ਾ ਨਹੀਂ, ਇਹ ਸਾਡੇ ਵਰਗੇ ਗਰੀਬਾਂ ਦੀ ਦਸ਼ਾ ਹੀ। ਇੱਕ ਨਹੀਂ, ਕਰੋੜਾਂ ਅਰਬਾਂ ਖਰਬਾਂ, ਕੋਈ ਗਿਣਤੀ ਮਿਣਤੀ ਨਹੀਂ। ਹੋਰ ਤਾਂ ਗਿਣਤੀ ਹੋ ਸਕਦੀ ਹੈ, ਤਾਰਿਆਂ ਦੀ ਗਿਣਤੀ ਕੀਤੀ ਜਾ ਸਕਦੀ ਹੈ। ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ। ਉਹਨਾਂ ਨੇ ਕਿੰਨੇ 'ਤੇ ਤਰਸ ਕੀਤਾ, ਕਿੰਨੇ 'ਤੇ ਕਿਰਪਾ ਕੀਤੀ ਹੈ।
ਉਹ ਨਹੀਂ ਕੋਈ ਆਰਾ ਪਾਰਾ ਹੋ ਸਕਦਾ। ਸੋ ਸਤਿਗੁਰੂ ਕਿਰਪਾ ਕਰ ਰਹਿਮਤ ਕਰੇ, ਸਦੀਵ ਕਾਲ ਲਈ ਆਪਣੇ ਗੁਲਾਮ ਬਣਾ ਕੇ ਰੱਖੇ। ਕਿ ਗੁਰੂ ਕਾ ਸਿੱਖ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਦੀਵ ਕਾਲ ਲਈ, ਇਸ ਜਨਮ ਵਿੱਚ ਨਹੀਂ ਸਦੀਵ ਕਾਲ ਲਈ ਗੁਲਾਮ ਹੈ, ਗੁਲਾਮ ਰਹੇਗਾ। ਸਤਿਗੁਰੂ ਕਿਰਪਾ ਕਰਕੇ ਆਪਣੇ ਗੁਲਾਮ ਰੱਖਣ, ਆਪਣੇ ਚਰਨਾਂ ਨਾਲ ਜੋੜੀ ਰੱਖਣ, ਭਾਵਨਾ ਬਣ ਜਾਵੇ। ਗੁਰਸਿੱਖ ਬਾਣੀ ਪੜ੍ਹਨ ਵਾਲਿਆਂ ਦੇ ਕਿਣਕਾ ਮਾਤਰ ਸਾਡੀ ਝੋਲੀ 'ਚ ਪੈ ਜਾਵੇ, ਅਸੀਂ ਵੀ ਆਪਣਾ ਜੀਵਨ ਸਫਲ ਬਣਾ ਸਕੀਏ। ਜੋ ਕੁਛ ਭਾਈ ਸਾਹਿਬ ਜੀ ਨੇ ਕਿਹਾ ਨਾ, ਇਹ ਸਾਰਾ ਸੱਚ ਨਹੀਂ ਹੈਗਾ। ਮੈਨੂੰ ਊੜਾ ਨਹੀਂ ਆਉਂਦਾ, ਸੰਥਿਆ ਮੈਂ ਕਰਾਉਂਦਾ ਨਹੀਂ, ਮੈਂ ਆਪਣੀ ਕਰਾਉਣਾ ਸੰਥਿਆ। ਗੁਰਬਾਣੀ ਅਗਾਧ ਬੋਧੇ ਦਾ ਕੋਈ ਉਸਤਾਦ ਨਹੀਂ ਹੈ, ਬਾਕੀ ਦੁਨੀਆ ਦੀ ਹਰ ਕਲਾ ਦਾ ਉਸਤਾਦ ਹੈ, ਲੇਕਿਨ ਗੁਰੂ ਦੀ ਬਾਣੀ ਦਾ ਕੋਈ ਉਸਤਾਦ ਨਹੀਂ ਹੋ ਸਕਦਾ। ਕੋਈ ਭੁਲੇਖੇ 'ਚ ਹੋਏਗਾ ਜਿਹੜਾ ਕਹੇ ਕਿ ਮੈਂ ਉਸਤਾਦ ਹਾਂ। ਇਹ ਕਰਕੇ ਉਸਤਾਦ ਵੀ ਨਹੀਂ ਕਹਿਣਾ ਚਾਹੀਦਾ ਗੁਰਬਾਣੀ ਸੰਥਿਆ ਕੋਲ। ਸਾਰੇ ਹੀ ਗੁਰੂ ਦੀ ਬਾਣੀ ਪੜ੍ਹਨ ਵਾਲੇ, ਗੁਰੂ ਤੋਂ ਸਿੱਖਿਆ ਲੈਣ ਵਾਲੇ ਹਨ। ਗੁਰਬਾਣੀ ਇਸ ਜੱਗ ਵਿੱਚ ਚਾਲਣ, ਗੁਰੂ ਦੀ ਬਾਣੀ ਆਪ ਹੀ ਬੋਧ ਦੇਣ ਵਾਲੀ ਹੈ। ਕੇਵਲ ਗੁਰੂ ਦੀ ਕਿਰਪਾ ਹੋਵੇ ਤਾਂ ਕੇਵਲ ਗੁਰੂ ਦੀ ਬਾਣੀ ਨਾਲ ਜੁੜਿਆ ਜਾਵੇ, ਭਾਵੇਂ ਉੱਤੋਂ ਜੁੜਿਆ ਜਾਵੇ ਤੇ ਗੁਰੂ ਆਪ ਕਿਰਪਾ ਕਰੇਗਾ, ਰਹਿਮਤ ਕਰੇਗਾ। ਸਿਰਫ ਉਦਮ ਕਰਨ ਦੀ ਲੋੜ ਹੈ। ਉਦਮ ਕਰਕੇ ਗੁਰੂ ਦੀ ਰੇਂਜ ਵਿੱਚ ਆ ਜਾਈਏ ਤੇ ਫਿਰ ਦ੍ਰਿਸ਼ਟੀ ਆਪੇ ਗੁਰੂ ਕਿਰਪਾ ਕਰ ਦੇਵੇ। ਉਹਦਾ ਬਿਰਧ ਹੈ, ਉਹ ਆਪ ਹੀ ਆਪਣੀ ਬਿਰਧ ਦੀ ਲਾਜ ਰੱਖਦਾ ਹੈ। ਸਤਿਗੁਰੂ ਕਿਰਪਾ ਕਰ ਰਹਿਮਤ ਕਰੇ। ਇੰਨੀਆਂ ਬੇਨਤੀਆਂ ਆਪਣੇ ਸਵੀਕਾਰ ਕਰਨੀਆਂ। ਮੈਨੂੰ ਇਹਨੇ ਵਿਸ਼ਾਲ ਸਨੇ ਇੰਨਾ ਕੁ ਦੱਸਿਆ ਸੀ ਕਿ ਤੁਹਾਨੂੰ ਉੱਥੇ ਇੱਕ ਨਾ ਸੰਗਤ ਦੇ ਦਰਸ਼ਨ ਕਰਾਉਣੇ, ਤੁਸੀਂ ਕਦੀ ਆਏ ਨਹੀਂ। ਪਰ ਅੱਜ ਇਹਨੇ ਦੁਪਹਿਰੇ ਦੱਸਿਆ ਕਿ ਤੁਹਾਡਾ ਕੋਈ ਮਾਨ ਸਨਮਾਨ ਕਰਨਾ। ਮੈਂ ਕਿਹਾ ਭਰਾਵਾ ਉੱਥੇ ਮੇਰਾ ਕੋਈ ਅਡੰਬਰ ਜਿਹੜਾ ਕਿਹਾ, ਮੈਂ ਕਿਹਾ ਕੋਈ ਵੱਡਾ ਅਡੰਬਰ ਮੁੰਡਾ ਬਣਾ ਕੇ ਰੱਖੀ। ਮੈਂ ਠੀਕ ਆ, ਗੁਰੂ ਦੀ ਬਖਸ਼ਿਸ਼ ਹੈ, ਸੰਗਤ ਦੀ ਬਖਸ਼ਿਸ਼ ਹੈ, ਹਾਂਜੀ, ਪਰ ਕੋਈ ਜ਼ਿਆਦਾ ਅਡੰਬਰ ਨਾ ਰਚੀ। ਮੈਂ ਕਿਹਾ ਮੈਨੂੰ ਸ਼ਰਮ ਆਉਣੀ ਹੈ। ਮੈਂ ਚਲੋ ਗੁਰੂ ਕਿਰਪਾ ਕਰੇ ਮੇਰਾ ਮਾਲਕ, ਆਪ ਨੇ ਸਾਰਿਆਂ ਨੇ ਮੇਰੀ ਭੁੱਲਾਂ ਨੂੰ ਨਾ ਚਤਾਰਨਾ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀਓ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣਹੁ ਆਪੇ। हम रुलते फिरते कोई बात न पूछता, गुर सतगुर संग कीरे हम थापे। हों अपराधी गुनहगार, हों बेमुख मंदा, चोर जार जुआर हों पर कर जो हंदा। निंदक दुष्ट हराम खोर, ठग देश ठगंदा। काम क्रोध मद लोभ मोह, अहंकार करंदा। विसास घाती अकिरत घन, मैं को ना रखंदा। सिमर मुरीदा ढाडियां, सतगुर बख्शंदा। परम सन्मान अते सत्कारयोग सतगुरु सच्चे पातशाह जी दी साजी नवाजी, गुरु स्वरूप गुरु खालसा साध संगत जीओ। रसना नूं करो पवित्र, प्यार सत्कार नाल गुर फतेह दी सांझ पाओ जी। वाहिगुरु जी का खालसा, वाहिगुरु जी की फतेह।
ਆਪ ਜੀ ਸਮੁੱਚੇ ਹੀ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਮੀਰਾਨ ਮੀਰ ਪੀਰਾਨ ਪੀਰ ਸਰਵਰੇ ਕਾਇਨਾਤ ਕੁਲ ਆਲਮ ਦੇ ਸਾਂਝੇ ਸੁਲਤਾਨ ਦੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਕਾਫੀ ਲੰਮੇ ਸਮੇਂ ਤੋਂ ਲੈ ਕਰਕੇ ਸ਼ਾਮ ਰਾਤਰੀ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਜੇ ਹੋਏ ਦੀਵਾਨਾਂ ਵਿੱਚ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਲੜੀਵਾਰ ਰੂਪ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਗਿਆਨੀ ਵਿਸਾਲ ਸਿੰਘ ਜੀ ਉਹਨਾਂ ਦੀ ਪਾਵਨ ਰਸਨਾ ਤੋਂ ਪਿਆਰ ਸਤਿਕਾਰ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਸ਼ਰਵਣ ਕਰ ਰਹੇ ਸੀ। ਕਥਾ ਦੀ ਸੰਪੂਰਨਤਾ ਤੋਂ ਬਾਅਦ ਆਪ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਵੱਖੋ ਵੱਖਰੀਆਂ ਸਭਾ ਸੁਸਾਇਟੀਆਂ ਨੇ ਰਲ ਮਿਲ ਕਰਕੇ ਸਾਡੇ ਸਾਰਿਆਂ ਦੇ ਹੀ ਬਹੁਤ ਸਤਿਕਾਰਯੋਗ ਗੁਰਮੁਖ ਪਿਆਰੇ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹਨਾਂ ਨੂੰ ਪਿਆਰ ਸਨਮਾਨ ਦੇਣ ਵਾਸਤੇ ਇਹ ਮਹਾਨ ਗੁਰਮਤਿ ਸਮਾਗਮ ਆਪ ਜੀ ਨੇ ਉਲੀਕਣਾ ਕੀਤਾ ਹੈ। ਕਥਾ ਦੀ ਸੰਪੂਰਨਤਾ ਤੋਂ ਬਾਅਦ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਆਪ ਜੀ ਦੇ ਨਾਲ ਜਿੱਥੇ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕਰਕੇ ਗਏ ਨੇ ਉੱਥੇ ਆਪਣੀ ਨਿਮਰਤਾ ਜਣਾਉਂਦਿਆਂ ਹੋਇਆਂ ਆਪਣੇ ਜੀਵਨ ਦੀਆਂ ਘਟਨਾਵਾਂ ਵੀ ਬੜੇ ਪਿਆਰ ਸਤਿਕਾਰ ਦੇ ਨਾਲ ਹਕੀਕਤ ਰੂਪ ਦੇ ਵਿੱਚ ਆਪ ਜੀ ਨੂੰ ਦੱਸ ਕਰਕੇ ਗਏ ਹਨ। ਸੋ ਸਾਧ ਸੰਗਤ ਜੀ, ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੀ ਸੇਵਾ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਹਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਸੇਵਾਵਾਂ ਬਹੁਤ ਵੱਡਿਆਂ ਭਾਗਾਂ ਦੇ ਸਦਕਾ ਇਹ ਗੁਰਸਿੱਖਾਂ ਨੂੰ ਪ੍ਰਾਪਤ ਹੁੰਦੀਆਂ ਨੇ। ਜਦੋਂ ਕੋਈ ਪੂਰਬਲੇ ਉਤਕ੍ਰਿਸ਼ਟ ਕਰਮ ਜੀਵ ਦੇ ਜਾਗ ਪੈਂਦੇ ਨੇ ਤਾਂ ਉਸ ਵੇਲੇ ਸਾਧ ਸੰਗਤ ਜੀ ਗੁਰੂ ਦੇ ਪਿਆਰੇ ਗੁਰਸਿੱਖ ਨੂੰ ਇਹ ਸੇਵਾ ਮਿਲਦੀਆਂ ਨੇ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਕਥਾ ਦੇ ਅੰਦਰ ਮਨੁੱਖਾ ਜਨਮ ਦੀ ਸੋਭਾ ਦਾ ਜ਼ਿਕਰ ਕਰਿਆ ਕਰਦੇ ਸਨ ਕਿ ਮਨੁੱਖਾ ਜਨਮ ਕਿੰਨਾ ਸਰਬੋਤਮ ਹੈ। ਮਹਾਂਪੁਰਖਾਂ ਦੇ ਬਚਨ ਹੋਇਆ ਕਰਦੇ ਸਨ, ਕਹਿੰਦੇ ਸਿੰਘੋ, ਜਿਹੜਾ ਇੱਕ ਬਹੁਤ ਵੱਡਾ ਬੋਹੜ ਦਾ ਦਰਖਤ ਹੋਵੇ ਉਹਨੂੰ ਜਿੰਨੇ ਪੱਤੇ ਲੱਗੇ ਹੋਣ ਇੰਨੇ ਕਿਤੇ ਜਨਮਾਂ ਦੀ ਕਮਾਈ ਜੀਵ ਦੀ ਇਕੱਠੀ ਹੋ ਜਾਵੇ, ਇੰਨੇ ਜਨਮਾਂ ਦਾ ਜਪ ਤਪ ਇੱਕ ਜਗ੍ਹਾ 'ਤੇ ਇਕੱਠਾ ਕਰ ਦਈਏ ਤਾਂ ਫਿਰ ਉਸ ਨੂੰ ਭਾਈ ਜਿਹੜਾ ਸਿੱਖਾਂ ਦੇ ਘਰਾਂ ਅੰਦਰ ਮਨੁੱਖਾ ਜਨਮ ਮਿਲਦਾ ਹੈ। ਗੁਰਸਿੱਖੀ ਘਰਾਣੇ ਦੇ ਅੰਦਰ ਜਨਮ ਹੋ ਜਾਣਾ ਸਾਧ ਸੰਗਤ ਜੀ ਇਹ ਮਾੜੀ ਮੋਟੀ ਕਮਾਈ ਦੀ ਗੱਲ ਨਹੀਂ ਹੁੰਦੀ, ਕਿਉਂਕਿ ਸਰਬੋਤਮ ਤੇ ਸੰਪੂਰਨ ਧਰਮ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰਸਿੱਖੀ ਦਾ ਜਿਹੜਾ ਬਖਸ਼ਿਸ਼ ਕੀਤਾ ਸਾਨੂੰ, ਇਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਖਾਸ ਰੂਪ ਸਿੱਖ ਨੂੰ ਦਿੱਤਾ ਹੈ।
ਤੇ ਜਿਹੜੀਆਂ ਸਾਧ ਸੰਗਤ ਜੀ ਬੋਹੜ ਨੂੰ ਗੋਲਾਂ ਲੱਗਦੀਆਂ ਨੇ ਜਿਹਦੇ ਵਿੱਚ ਬੀ ਪੈਂਦੇ ਨੇ, ਜਿੰਨੀਆਂ ਗੋਲਾਂ ਇੱਕ ਬੋਹੜ ਦੇ ਦਰਖਤ ਨੂੰ ਲੱਗੀਆਂ ਹੋਣ ਤੇ ਇੰਨੀ ਕਿਤੇ ਕਿਸੇ ਗੁਰਸਿੱਖ ਦੀ ਕਮਾਈ ਹੋਵੇ ਤਾਂ ਉਸ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ ਮਿਲਦੀ ਹੈ। ਦੇਖੋ ਕਿਤਨੀ ਕਮਾਈ ਹੋਵੇਗੀ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਮਿਲ ਗਈ। ਗੁਰੂਆਂ ਦੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਇੱਕ ਵਿਦਵਾਨ ਦੇ ਇੱਕ ਦਿਨ ਬਚਨ ਪੜ੍ਹ ਰਹੇ ਸੀ, ਉਹਨੇ ਭਾਵਨਾ ਵਿੱਚ ਇਹ ਸ਼ਬਦ ਲਿਖੇ, ਕਹਿੰਦਾ ਅਸੀਂ ਕਹਿ ਰਹੇ ਹਾਂ ਕਿ ਦੁਨੀਆ ਬਹੁਤ ਸਿਆਣੀ ਹੋ ਗਈ, ਸਾਇੰਸ ਨੇ ਬੜੀਆਂ ਤਰੱਕੀਆਂ ਕੀਤੀਆਂ, ਦੁਨੀਆ ਨੇ ਬਹੁਤ ਤਰੱਕੀ ਕੀਤੀ, ਮਨੁੱਖ ਪਤਾਲ ਵਿੱਚ ਚਲਿਆ ਗਿਆ, ਇਹ ਪੁਲਾੜਾਂ ਵਿੱਚ ਬ੍ਰਹਮੰਡਾਂ ਤੱਕ ਜੀਵ ਚਲਿਆ ਗਿਆ, ਸਾਇੰਸ ਬੜੀ ਤਰੱਕੀ ਕਰਕੇ ਦੁਨੀਆ ਸਿਆਣੀ ਹੋ ਗਈ। ਉਹ ਭਾਵਨਾ ਵਾਲਾ ਸਿੱਖ ਕਹਿਣ ਲੱਗਿਆ, ਮੇਰੀ ਨਜ਼ਰ ਵਿੱਚ ਦੁਨੀਆ ਸਿਆਣੀ ਨਹੀਂ ਹੋਈ। ਸਾਇੰਸ ਨੇ ਖੋਜਾਂ ਕੀਤੀਆਂ, ਚੰਗੀਆਂ ਸਹੂਲਤਾਂ ਦਿੱਤੀਆਂ, ਬੰਦੇ ਨੂੰ 4 ਸੁੱਖ ਮਿਲ ਗਏ, ਇਹਦੇ ਨਾਲ ਦੁਨੀਆ ਸਿਆਣੀ ਨਹੀਂ। ਉਸ ਦਿਨ ਦੁਨੀਆ ਸਿਆਣੀ ਸਮਝਦਾਰ ਅਕਲਮੰਦ ਹੋਵੇਗੀ ਜਿਸ ਦਿਨ ਸਮੁੱਚੀ ਕਾਇਨਾਤ, ਸਮੁੱਚੀ ਦੁਨੀਆ ਦਾ ਗੁਰੂ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋਵੇਗਾ। ਇਸ ਲਈ ਸਾਧ ਸੰਗਤ ਜੀ ਪੂਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ ਮਿਲ ਜਾਣੀ, ਇਹ ਬਹੁਤ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੁੰਦੀ। ਗੋਲਾਂ ਜਿੰਨੀਆਂ ਇੱਕ ਬੋਹੜ ਨੂੰ ਲੱਗੀਆਂ ਹੋਣ, ਇੰਨੇ ਜਨਮਾਂ ਦੀ ਕਮਾਈ ਇਕੱਠੀ ਹੋ ਕੇ ਗੁਰੂ ਦੇ ਚਰਨਾਂ ਵਿੱਚ ਸਿੱਖ ਪਹੁੰਚਦਾ ਹੈ। ਤੇ ਜਦੋਂ ਸਾਧ ਸੰਗਤ ਜੀ ਉਹ ਗੋਲਾਂ ਦੇ ਅੰਦਰ ਬੜੇ ਸੂਖਮ ਬੀਜ ਹੁੰਦੇ ਬੋਹੜ ਦੇ ਦਰਖਤ ਦੇ, ਉਹਨਾਂ ਦੀ ਗਿਣਤੀ ਕਰਨੀ ਬੜੀ ਮੁਸ਼ਕਲ ਹੈ। ਇੰਨੇ ਕਿਤੇ ਜਨਮਾਂ ਦੀ ਕਮਾਈ ਇਕੱਠੀ ਹੋ ਜਾਵੇ ਕਿਸੇ ਪਿਆਰੇ ਦੀ, ਤਾਂ ਉਹਨੂੰ ਸਾਧ ਸੰਗਤ ਜੀ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਾਪਤ ਹੁੰਦਾ। ਫਿਰ ਉਹ ਧੰਨ ਗੁਰੂ ਗ੍ਰੰਥ ਸਾਹਿਬ ਦਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤਰ ਬਣਦਾ ਹੈ। ਇਸ ਲਈ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਾਪਤ ਹੋ ਜਾਣਾ, ਸ੍ਰੀ ਗੁਰੂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਮਿਲ ਜਾਣੀ, ਸਿੱਖਾਂ ਦੇ ਘਰਾਂ ਅੰਦਰ ਜਨਮ ਹੋ ਜਾਣੇ, ਇਹ ਸਾਧ ਸੰਗਤ ਜੀ ਅੰਦਾਜ਼ਾ ਇੰਨਾ ਲਾਇਆ ਜਾ ਸਕਦਾ ਹੈ। ਫਿਰ ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਭੌਰੇ ਗੁਰਸਿੱਖਾਂ ਨੂੰ, ਖੰਡੇ ਬਾਟੇ ਦੇ ਅੰਮ੍ਰਿਤ ਦੇ ਧਾਰਨੀ ਗੁਰਸਿੱਖਾਂ ਤੇ ਜਦੋਂ ਸਤਿਗੁਰੂ ਪਾਤਸ਼ਾਹ ਤਰੁੱਠ ਕਰਕੇ ਆਪਣੇ ਚਰਨਾਂ ਦੀਆਂ ਸੇਵਾਵਾਂ, ਉਹ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਸੇਵਾਵਾਂ ਦਿੰਦੇ ਹੋਣ, ਤਾਂ ਉਹਦੀ ਕਮਾਈ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਹ ਕਹਿਣ ਕਥਨ ਕੋ ਸੋਝੀ ਨਾਹੀ, ਕੋਈ ਨਹੀਂ ਕਹਿ ਸਕਦਾ ਕਿਸੇ ਦੀ ਕਿੰਨੀ ਕਮਾਈ ਹੈ, ਕਿੰਨਾ ਜਪ ਤਪ ਹੈ, ਪਰੰਤੂ ਗੁਰੂ ਦੇ ਪਿਆਰੇ ਗੁਰਸਿੱਖਾਂ ਦੇ ਉੱਤੇ ਸਤਿਗੁਰੂ ਤਰਸ ਕਰਦੇ ਨੇ। ਤਰਸ ਵੀ ਉਸੇ ਤੇ ਕਰਦੇ, ਸਤਿਗੁਰੂ ਪਾਤਸ਼ਾਹ ਜੀ ਦੇ ਅੰਦਰ ਗੁਰ ਸੰਗਤ ਕਰਦਿਆਂ ਹੋਇਆਂ ਕੁਝ ਨਿਮਰਤਾ ਆ ਜਾਵੇ, ਹਲੀਮੀ ਭਾਵ ਆ ਜਾਵੇ। ਸਾਧ ਸੰਗਤ ਫਿਰ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਇਹ ਮਹਾਨ ਸੇਵਾਵਾਂ ਦਿੰਦੇ ਨੇ। ਸਿੰਘ ਸਾਹਿਬ ਗਿਆਨੀ ਰਬੇਲ ਸਿੰਘ ਜੀ ਦਾ ਜਿਹੜਾ ਜੀਵਨ ਜੇ ਵੇਖਿਆ ਜਾਵੇ ਤਾਂ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਜੱਥੇ ਵਿੱਚ ਰਹਿ ਕਰਕੇ ਇਹਨਾਂ ਨੇ ਮਹਾਨ ਗੁਰਮਤਿ ਦੀਆਂ ਵਿਦਿਆ ਪ੍ਰਾਪਤ ਕੀਤੀਆਂ। ਜੱਥੇ ਵਿੱਚ ਰਹਿ ਕਰਕੇ ਮਹਾਨ ਗੁਰਬਾਣੀ ਦੀਆਂ ਸੰਥਾਂ ਕੀਤੀਆਂ ਤੇ 25-25 ਵਾਰ ਜੱਥੇ ਦੇ ਅੰਦਰ ਮਹਾਂਪੁਰਖ ਸਿੰਘਾਂ ਨੂੰ ਸੰਥਾ ਪਕਾਉਣ ਦਾ ਹੁਕਮ ਕਰਦੇ ਸਨ। ਚੰਗੀ ਮਿਹਨਤ ਕਰਕੇ ਗੁਰਬਾਣੀ ਦੀਆਂ ਸੰਥਾਂ ਜੱਥੇ ਵਿੱਚ ਰਹਿ ਕਰਕੇ ਕੀਤੀਆਂ। ਉੱਚਾ ਸੁੱਚਾ ਜਿਹੜਾ ਜੀਵਨ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਪ੍ਰਾਪਤ ਕੀਤਾ, ਕਿਉਂਕਿ ਜੈਸੀ ਸੰਗਤ ਹੁੰਦੀ ਵੈਸੀ ਰੰਗਤ ਲੱਗ ਜਾਂਦੀ ਹੈ। ਕਿਸੇ ਪਖੰਡੀ ਦੀ ਸੰਗਤ ਮਿਲ ਜਾਵੇ ਤੇ ਬੰਦਾ ਪਖੰਡ ਕੀਤੇ ਬਿਨਾਂ ਰਹਿ ਹੀ ਨਹੀਂ ਸਕਦਾ। ਕਮਾਈ ਵਾਲੇ ਦੀ ਸੰਗਤ ਮਿਲ ਜਾਵੇ ਤੇ ਕਮਾਈ ਦੀ ਰੰਗਤ ਜ਼ਰੂਰ ਲੱਗੇਗੀ। ਕਿਸੇ ਗੁਰਮੁਖ ਪਿਆਰੇ ਦੀ ਸੰਗਤ ਕਰੀਏ, ਗੁਰਮੁਖਤਾਈ ਅੰਦਰੋਂ ਝਲਕਾਂ ਮਾਰਨ ਲੱਗ ਜਾਂਦੀ ਹੈ। ਇਸ ਲਈ ਸਿੰਘ ਸਾਹਿਬ ਜੀ ਨੇ ਜਿਹੜਾ ਸਾਧ ਸੰਗਤ ਜੀ
ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਾਣ ਸਤਿਕਾਰ ਅਦਬ ਕੀਤਾ, ਉਹ ਇਹਨਾਂ ਨੂੰ ਬਣ ਆਉਂਦਾ ਹੈ। ਭਾਵਨਾ ਦੇ ਨਾਲ ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਸੇਵਾਵਾਂ ਕੀਤੀਆਂ, ਉੱਥੇ ਨਾਲ ਜਿਵੇਂ ਗਿਆਨੀ ਵਿਸਾਲ ਸਿੰਘ ਜੀ ਦੱਸ ਕੇ ਗਏ, ਗੁਰਬਾਣੀ ਦੀ ਸੰਥਾ ਇਹਨਾਂ ਨੇ ਪਹਿਲੇ ਦਿਨ ਤੋਂ ਲੈ ਕਰਕੇ ਆਰੰਭ ਰੱਖੀ ਹੈ। ਕੱਲ ਵੀ ਕਰਵਾਉਂਦੇ ਸੀ, ਅੱਜ ਵੀ ਕਰਵਾਉਂਦੇ, ਤੇ ਅੱਗੇ ਨੂੰ ਵੀ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਗੁਰਬਾਣੀ ਦੀ ਸੰਥਾ ਕਰਵਾਉਣ ਦਾ ਬਲ ਸਿੰਘ ਸਾਹਿਬ ਜੀ ਨੂੰ ਬਖਸ਼ਿਸ਼ ਕਰਦੇ ਰਹਿਣ। ਬੜੇ ਪਿਆਰ ਵਿੱਚ ਭਿੱਜ ਕਰਕੇ ਕਿਹਾ ਕਰਦੇ, ਕਈ ਵਾਰੀ ਅਸੀਂ ਆਮ ਕਹਿ ਦਿੰਦੇ ਜੀ ਗੁਰਬਾਣੀ ਦੀਆਂ ਪੋਥੀਆਂ ਇਹ ਸੋਧੀਆਂ ਹੋਈਆਂ ਨੇ। ਸਿੰਘ ਸਾਹਿਬ ਜੀ ਕਹਿੰਦੇ, ਭਾਈ ਇਹ ਸੁਧਾਈ ਸ਼ਬਦ ਨਹੀਂ ਵਰਤਣਾ। ਗੁਰਬਾਣੀ ਦੀਆਂ ਪੋਥੀਆਂ ਦਾ ਮਿਲਾਪ ਹੁੰਦਾ ਦੂਸਰੀਆਂ ਪੋਥੀਆਂ ਸੈਂਚੀਆਂ ਦੇ ਨਾਲ, ਮਿਲਾਪ ਸ਼ਬਦ ਵਰਤਿਆ ਕਰੋ। ਜੇ ਭਾਵਨਾ ਹੋਵੇਗੀ ਤੇ ਅੰਦਰੋਂ ਭਾਵਨਾ ਦੇ ਸ਼ਬਦ ਜ਼ਰੂਰ ਨਿਕਲਣਗੇ। ਜਿਹੜਾ ਕੁਝ ਅੰਦਰ ਭਰਿਆ ਹੁੰਦਾ ਮਨੁੱਖ ਦੇ ਰਸਨਾ ਦੁਆਰਾ ਜ਼ਰੂਰ ਉਹ ਪ੍ਰਗਟ ਹੁੰਦਾ ਹੈ। ਇਹਨਾਂ ਦੇ ਪਾਸ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਹਲੀਮੀ ਭਾਵ ਦਿੱਤਾ, ਨਿਮਰਤਾ ਦਿੱਤੀ, ਸਾਦਗੀ ਦਿੱਤੀ। ਦਾਸ ਤੇ ਕਹਿੰਦਾ ਵੀ ਸਾਰੇ ਗੁਣੀ, ਕਿਉਂਕਿ ਜਦੋਂ ਕਿਸੇ ਨੂੰ ਗੁਰਮੁਖਤਾਈ ਸਤਿਗੁਰੂ ਦੇ ਦਿੰਦੇ ਨੇ ਤੇ ਉਹ ਸਾਰੇ ਗੁਣ ਗੁਰਮੁਖ ਵਿੱਚ ਆਈ ਜਾਂਦੇ ਨੇ। ਗੁਰਮੁਖਤਾਈ ਵਾਲਾ ਜੀਵਨ ਮਹਾਂਪੁਰਖਾਂ ਦੇ ਜਥੇ ਵਿੱਚੋਂ ਰਹਿ ਕਰਕੇ ਇਹਨਾਂ ਨੇ ਗੁੜਤੀਆਂ ਲਈਆਂ, ਕਮਾਈਆਂ ਕੀਤੀਆਂ। ਉਹਦੇ ਸਦਕਾ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਵਡਿਆਈਆਂ ਵੀ ਬਹੁਤ ਵੱਡੀਆਂ ਦਿੱਤੀਆਂ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣੇ ਪਿਆਰਿਆਂ ਨੂੰ ਜਿਹੜੀ ਸੇਵਾ ਹੈ ਦਿੰਦੇ ਨੇ, ਤੇ ਸੇਵਾ ਕਰਨ ਦੀ ਵਿਧੀ ਵੀ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ। ਹਰ ਕੋਈ ਸੇਵਕ ਹੋ ਸਕਦਾ, ਕਹਾ ਸਕਦਾ, ਆਪ ਕਹਿ ਸਕਦਾ ਮੈਂ ਸੇਵਕ ਹਾਂ, ਪਰੰਤੂ ਸੇਵਕ ਕੌਣ ਹੈ? ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਜਦੋਂ ਅਸੀਂ ਬਚਨ ਪੜ੍ਹਦੇ, ਸਤਿਗੁਰੂ ਪਾਤਸ਼ਾਹ ਕਹਿੰਦੇ, ਹਸਤੀ ਸਿਰ ਜਿਉ ਅੰਕਸ ਹੈ, ਅਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ। ਉਹ ਸੇਵਕ ਹੈ ਜਿਹੜਾ ਮਨ ਵੀ ਤੇ ਤਨ ਵੀ ਗੁਰੂ ਦੇ ਅੱਗੇ ਰੱਖ ਦੇਵੇ। ਉਭੀ ਦਾ ਅਰਥ ਹੁੰਦਾ ਖੜੇ ਹੋ ਕਰਕੇ, ਲਗਾਤਾਰ ਇੱਕ ਰਸ ਨਿਰੰਤਰ ਜਿਹੜਾ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋ ਜਾਵੇ, ਉਹਦੀ ਸੇਵਾ ਪ੍ਰਵਾਨੀ ਜਾਂਦੀ ਹੈ। ਸੇਵਕ ਬਣਨਾ ਕਿਵੇਂ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ, ਹਸਤੀ ਸਿਰ ਜਿਉ ਅੰਕਸ ਹੈ। ਹਸਤੀ ਨਾਮ ਹੈ ਹਾਥੀ ਦਾ, ਅੰਕਸ ਨਾਮ ਹੁੰਦਾ ਹੈ ਲੋਹੇ ਦੇ ਕੁੰਡੇ ਦਾ। ਜਿਵੇਂ ਇੱਕ ਲੋਹੇ ਦਾ ਕੁੰਡਾ ਮਹਾਵਤ ਦੇ ਹੱਥ ਵਿੱਚ ਪਕੜਿਆ ਹੁੰਦਾ, ਉਹਦੇ ਨਾਲ ਹਾਥੀ ਨੂੰ ਚਲਾਉਂਦਾ ਹੈ, ਹਾਥੀ ਨੂੰ ਭਜਾਉਂਦਾ ਹੈ। ਉਹ ਹਾਥੀ ਨੂੰ ਬੱਸ ਵਿੱਚ ਇੱਕ ਲੋਹੇ ਦੇ ਕੁੰਡੇ ਨਾਲ ਕਰਦਾ ਹੈ। ਅਹਰਣ ਜਿਉ ਸਿਰ ਦੇ, ਉਹ ਜਿਹੜਾ ਕੁੰਡਾ ਹੈ ਇੱਕ ਛੋਟਾ ਜਿਹਾ, ਏਡੇ ਵੱਡੇ ਹਾਥੀ ਨੂੰ ਉਹਨੇ ਬੱਸ ਵਿੱਚ ਕਿਵੇਂ ਕਰ ਲਿਆ? ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਉਹ ਲੋਹੇ ਨੇ ਪਹਿਲਾਂ ਆਪਣੇ ਆਪ ਨੂੰ ਲੋਹਾਰ ਦੇ ਹਵਾਲੇ ਕਰ ਦਿੱਤਾ। ਲੋਹਾਰ ਲੋਹੇ ਦੇ ਕੰਮ ਕਰਨ ਵਾਲੇ ਨੇ ਅੱਗ ਬਾਲ ਕੇ ਕੋਲਿਆਂ ਦੀ ਉਹਦੇ ਉੱਤੇ ਲੋਹੇ ਨੂੰ ਸੁੱਟ ਕੇ ਤਾ ਦਿੱਤੇ, ਉਹਨੂੰ ਗਰਮ ਕੀਤਾ, ਪਘਲਾ ਦਿੱਤਾ। ਫਿਰ ਅਹਰਣ ਦੇ ਉੱਤੇ ਰੱਖ ਕਰਕੇ ਹਥੌੜੀਆਂ ਦੀਆਂ ਬਦਾਨਾਂ ਦੀਆਂ ਸੱਟਾਂ ਉਹਦੇ ਉੱਤੇ ਮਾਰੀਆਂ ਤੇ ਕੁੰਡਾ ਬਣਾ ਦਿੱਤਾ। ਇੰਨੇ ਉਸ ਲੋਹੇ ਦੇ ਕੁੰਡੇ ਨੇ ਦੁੱਖ ਝੱਲਣਾ ਕੀਤੇ। ਫਿਰ ਇੱਕ ਕੁੰਡਾ ਬਣ ਕੇ ਹਾਥੀ ਦਾ ਉਹ ਸ਼੍ਰੋਮਣੀ ਰਾਜਾ ਬਣ ਗਿਆ। ਹਾਥੀ ਨੂੰ ਬੱਸ ਵਿੱਚ ਕਰ ਲਿਆ। ਜਿਹੜਾ ਹਾਥੀ ਜੰਗਲਾਂ ਦੇ ਦਰਖਤ ਪੁੱਟ ਦਿੰਦਾ, ਮਕਾਨਾਂ ਨੂੰ ਢਾਹ ਦਿੰਦਾ ਟੱਕਰਾਂ ਮਾਰ ਕੇ, ਏਡਾ ਹਾਥੀ ਬੱਸ ਵਿੱਚ ਕਰਨਾ, ਕੁੰਡੇ ਵਿੱਚ ਕਿਹੜੀ ਸ਼ਕਤੀ ਸੀ? ਉਹਨੇ ਆਪਣਾ ਆਪਾ ਗਵਾ ਦਿੱਤਾ। ਇਹ ਤਾਂ ਪ੍ਰਮਾਣ ਨੇ ਗੁਰਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਦਿੱਤੇ। ਗੁਰਸਿੱਖਾਂ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ, ਪਿਆਰੇ ਗੁਰਸਿੱਖੋ, ਤੁਸੀਂ ਸੇਵਾ ਕਿਵੇਂ ਕਰਨੀ ਪੂਰੇ ਸਤਿਗੁਰਾਂ ਦੀ? ਹਸਤੀ ਸਿਰ ਜਿਉ ਅੰਕਸ ਹੈ, ਅਹਰਣ ਜਿਉ ਸਿਰ ਦੇ। ਹਸਤੀ ਹਾਥੀ ਦੀ ਨਿਆਈ ਸਾਡਾ ਮਨ ਹੈ, ਕਿਉਂਕਿ ਮਨ ਵੀ ਵਸ ਵਿੱਚ ਨਹੀਂ ਆਉਂਦਾ ਤੇ ਹਾਥੀ ਵੀ ਵਸ ਵਿੱਚ ਨਹੀਂ ਆਉਂਦਾ ਹੈ। ਬੜੇ ਯਤਨਾਂ ਦੇ ਨਾਲ ਹਾਥੀ ਵਸ ਵਿੱਚ ਆਉਂਦਾ। ਇਧਰ ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ।
ਪੂਰੇ ਗੁਰੂ ਦੀ ਕਿਰਪਾ ਦੇ ਨਾਲ ਮਨ ਨੂੰ ਕੋਈ ਜਿੱਤ ਸਕਦਾ ਹੈ। ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਜੀਤੇ ਜਗ ਜੀਤ। ਮਨ ਹਾਥੀ ਨੂੰ ਵਸ ਵਿੱਚ ਕਰਨ ਦੇ ਲਈ ਗੁਰੂ ਦਾ ਸਿੱਖ ਆਪਣੇ ਆਪ ਨੂੰ ਇੱਕ ਲੋਹੇ ਵਰਗਾ ਸਮਝੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲੋਹਾਰ ਦੀ ਨਿਆਈ ਹਨ। ਗੁਰੂ ਦੇ ਪਾਸ ਆਪਣੇ ਆਪ ਨੂੰ ਜਾ ਕੇ ਹਵਾਲੇ ਕਰ ਦੇਵੇ। ਸਤਿਗੁਰੂ ਫਿਰ ਉਹ ਗੁਰਸਿੱਖ ਨੂੰ ਕੀ ਕਰਦੇ ਨੇ? ਸਾਧ ਸੰਗਤ ਦੀ ਭੱਠੀ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲੱਕੜਾਂ ਬਾਲ ਕਰਕੇ ਬ੍ਰਹਮ ਗਿਆਨ ਦੀ ਅਗਨੀ ਦਾ ਸੇਕ ਦੇ ਕਰਕੇ ਫਿਰ ਉਹਦੇ ਉੱਤੇ ਜਪ ਤਪ ਦੀਆਂ ਸੇਵਾ ਸਿਮਰਨ ਤੇ ਸਾਧਨਾ ਦੀਆਂ ਗੁਰ ਉਪਦੇਸ਼ ਦੀਆਂ ਹਥੌੜੇ ਦੀਆਂ ਸੱਟਾਂ ਲਾਉਂਦੇ ਨੇ। ਜਿਹੜੇ ਸਿੱਖ ਦਾ ਜੀਵਨ ਜਪ ਦੇ ਵਿੱਚ ਘੜਿਆ ਗਿਆ, ਤਪ ਕਰਨ ਦੇ ਨਾਲ ਘੜਿਆ ਜਾਵੇ, ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਿਆਂ ਘੜਿਆ ਜਾਵੇ, ਉਹ ਸਿੱਖ ਦਾ ਜੀਵਨ ਇੱਕ ਕੁੰਡੇ ਵਰਗਾ ਬਣ ਜਾਂਦਾ। ਫਿਰ ਉਹ ਕੁੰਡਾ ਹਾਥੀ ਤੇ ਰਾਜ ਕਰਦਾ, ਹਾਥੀ ਨੂੰ ਬਸ ਵਿੱਚ ਕਰ ਲੈਂਦਾ। ਉਹ ਗੁਰੂ ਦਾ ਪਿਆਰਾ ਗੁਰਸਿੱਖ ਫਿਰ ਕੁੰਡੇ ਦੀ ਨਿਆਈ ਆਪਣੇ ਮਨ ਰੂਪ ਹਾਥੀ ਨੂੰ ਬਸ ਵਿੱਚ ਕਰ ਲੈਂਦਾ ਹੈ। ਇਹ ਸੇਵਾ ਕਰਨ ਦਾ ਸਤਿਗੁਰੂ ਪਾਤਸ਼ਾਹ ਨੇ ਢੰਗ ਸਾਨੂੰ ਸਿਖਾਇਆ ਹੈ। ਜੇ ਭਾਈ ਬਾਲੇ ਜੀ ਵਾਲੀ ਜਨਮ ਸਾਖੀ ਦੇ ਅੰਦਰ ਬਚਨ ਅਸੀਂ ਪੜ੍ਹਨੇ ਕਰੀਏ, ਉੱਥੇ ਪਿਆਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਸੀ। ਸਾਰਿਆਂ ਸਿੱਖਾਂ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਹਰ ਸਿੱਖ ਨੇ ਅੰਮ੍ਰਿਤ ਵੇਲੇ ਤੋਂ ਸ਼ਾਮ ਤੱਕ ਇੱਕ ਵਾਰੀ ਜ਼ਰੂਰ ਧਰਮਸ਼ਾਲਾ ਵਿੱਚ ਜਾਣਾ। ਉਸ ਵੇਲੇ ਧਰਮਸਾਲ ਕਹਿੰਦੇ, ਅੱਜ ਅਸੀਂ ਗੁਰਦੁਆਰਾ ਸਾਹਿਬ ਕਹਿੰਦੇ ਹਾਂ। ਇੱਕ ਵਾਰੀ ਜ਼ਰੂਰ ਗੁਰੂ ਦਾ ਸਿੱਖ ਗੁਰਦੁਆਰੇ ਧਰਮਸ਼ਾਲਾ ਵਿੱਚ ਜਾਵੇ, ਉੱਥੇ ਜਾ ਕੇ ਸੰਗਤਾਂ ਦੀ ਪੱਖਾ ਝੱਲਣ ਦੀ ਸੇਵਾ ਕਰੇ, ਜਲ ਢੋਣ ਦੀ ਸੇਵਾ ਕਰੇ, ਤੱਪੜ ਝਾੜਨ ਦੀ ਸੇਵਾ, ਝਾੜੂ ਦੀ ਸੇਵਾ ਕਰਨੀ ਕਰੇ। ਇਹਦੇ ਸਦਕਾ ਫਿਰ ਸਿੱਖ ਦਾ ਜਿਹੜਾ ਮਨ ਹੈ ਉਹ ਨਿਰਮਲ ਹੋ ਜਾਵੇਗਾ, ਪਾਪ ਕੱਟੇ ਜਾਣਗੇ। ਜਦੋਂ ਪਾਪ ਕੱਟੇ ਜਾਣਗੇ ਸਾਧ ਸੰਗਤ ਜੀ, ਉਸ ਤੋਂ ਬਾਅਦ ਮਨ ਸਿਮਰਨ ਵਿੱਚ ਜੁੜਨ ਲੱਗੇਗਾ। ਫਿਰ ਗੁਰੂ ਦਾ ਸਿੱਖ ਕਲਿਆਣ ਨੂੰ ਪ੍ਰਾਪਤ ਹੋ ਜਾਵੇਗਾ, ਪਰਮੇਸ਼ਰ ਦਾ ਰੂਪ ਹੋ ਜਾਵੇਗਾ। ਗਿਆਨ ਰਤਨਾਵਲੀ ਗ੍ਰੰਥ ਦੇ ਅੰਦਰ ਭਾਈ ਮਰਦਾਨਾ ਜੀ ਨੇ ਆਪਣੀ ਨੂੰਹ ਦੇ ਤਾਈਂ ਇਹ ਸਿੱਖਿਆ ਦਿੱਤੀ ਸੀ, ਕਿਹਾ ਸੀ, ਪੁੱਤਰੀ 3 ਬਚਨ ਮੇਰੇ ਪੱਲੇ ਬੰਨ੍ਹ ਲਈ। ਪਹਿਲੇ ਨੰਬਰ ਤੇ ਆਪਣੇ ਕੇਸਾਂ ਦੀ ਬੇਅਦਬੀ ਨਹੀਂ ਕਦੇ ਕਰਨੀ। ਦੂਸਰੇ ਨੰਬਰ ਤੇ ਪਹਿਰ ਰਾਤ ਰਹਿੰਦੀ ਤੋਂ ਜਾਗਣਾ, ਸਿਮਰਨ ਵਿੱਚ ਜੁੜ ਜਾਣਾ। ਤੇ ਤੀਸਰਾ ਬਚਨ ਕਮਾਲ ਦਾ ਕੀਤਾ ਸੀ, ਗੁਰਸਿੱਖਾਂ ਦੀ ਸੇਵਾ, ਆਏ ਗਏ ਸਾਧੂ ਅਤਿਥੀ ਲੋੜਵੰਦ ਦੀ ਸੇਵਾ ਕਰੀ, ਸਾਰੀਆਂ ਬਰਕਤਾਂ ਤੇਰੀ ਝੋਲੀ ਵਿੱਚ ਗੁਰੂ ਨਾਨਕ ਦੀ ਕਿਰਪਾ ਨਾਲ ਪੈ ਜਾਣਗੀਆਂ। ਇਸ ਲਈ ਜਦੋਂ ਇਤਿਹਾਸ ਨੂੰ ਵੇਖੀਏ, ਸੇਵਾ ਦੇ ਸੰਬੰਧ ਵਿੱਚ ਥਾਂ ਥਾਂ ਤੇ ਜ਼ਿਕਰ ਆਉਂਦਾ, ਪ੍ਰਮਾਣ ਆਉਂਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੇਵਾ ਕਰਦਿਆਂ ਭਾਈ ਲਹਿਣਾ ਜੀ ਨੂੰ ਕਿਹੜੀ ਅਵਸਥਾ ਪ੍ਰਾਪਤ ਹੋਈ? ਗੁਰੂ ਨਾਨਕ ਦਾ ਰੂਪ ਹੋ ਗਏ। ਬਾਬਾ ਅਮਰਦਾਸ ਸਾਹਿਬ ਜੀਆਂ ਨੇ ਸੇਵਾਵਾਂ ਕੀਤੀਆਂ, ਗੁਰੂ ਅੰਗਦ ਗੁਰੂ ਨਾਨਕ ਰੂਪ ਹੋਏ ਨੇ। ਭਾਈ ਜੇਠਾ ਜੀ ਦੇ ਰੂਪ ਵਿੱਚ ਸੇਵਾ ਕੀਤੀਆਂ ਗਈਆਂ। ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਬਣੇ ਨੇ। ਸੇਵਾ ਦੀ ਬਹੁਤ ਵੱਡੀ ਮਹਾਨਤਾ ਹੈ। ਸੇਵਾ ਇੱਕ ਨਿਸ਼ਕਾਮਤਾ ਨਾਲ ਹੁੰਦੀ, ਇੱਕ ਸਕਾਮਤਾ ਨਾਲ ਹੁੰਦੀ ਹੈ। ਕੋਈ ਸਾਧ ਸੰਗਤ ਜੀ ਆਪਣੇ ਪਰਿਵਾਰ ਵਿੱਚ ਬੱਚਿਆਂ ਨੂੰ ਪਾਲਦਾ, ਇਹ ਵੀ ਸੇਵਾਵਾਂ ਲੱਗੀਆਂ ਨੇ। ਜ਼ਿੰਮੇਵਾਰੀਆਂ ਹੁੰਦੀਆਂ, ਕੋਈ ਮਾਤਾ ਪਿਤਾ ਦੀ ਸੇਵਾ ਕਰਦਾ, ਇਹ ਵੀ ਸੇਵਾ ਜ਼ਿੰਮੇਵਾਰੀ ਹੈ। ਕੋਈ ਕਿਸੇ ਇਲਾਕੇ ਦੀ ਸੇਵਾ ਕਰਦਾ, ਕੋਈ ਹਲਕੇ ਦੀ ਸੇਵਾ, ਕੋਈ ਦੇਸ਼ ਦੀ ਸੇਵਾ ਕਰਦੇ ਨੇ। ਪਰੰਤੂ ਸਭ ਤੋਂ ਉੱਚੀ ਤੇ ਸੁੱਚੀ ਜਿਹੜੀ ਸੇਵਾ, ਧੰਨ ਗੁਰੂ ਗ੍ਰੰਥ ਸਾਹਿਬ ਪਰਮੇਸ਼ਰ ਰੂਪ ਗੁਰੂ ਦੀ ਸੇਵਾ, ਇਹ ਵੱਡਿਆਂ ਭਾਗਾਂ ਦੇ ਨਾਲ ਗੁਰਸਿੱਖ ਪਿਆਰੇ ਗੁਰਮੁਖਾਂ ਦੇ ਹਿੱਸੇ ਦੇ ਵਿੱਚ ਆਉਂਦੀ ਹੈ। ਇਸ ਲਈ ਸਾਧ ਸੰਗਤ ਜੀ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਆਪ ਜੀ ਨੂੰ ਸਮੁੱਚਾ ਜੀਵਨ ਆਪਣਾ ਸੁਣਾਈ ਗਏ ਨੇ ਆਪਣੀ ਰਸਨਾ ਦੇ ਨਾਲ। ਕਿੰਨਾ ਲੰਬਾ ਸਮਾਂ, 25.5 ਸਾਲ ਦੇ ਨੇੜ ਜਿਹੜੀਆਂ ਸੇਵਾਵਾਂ ਸਤਿਗੁਰੂ ਪਾਤਸ਼ਾਹ ਜੀ ਨੇ ਕਰਵਾਈਆਂ, ਅੱਜ ਵੀ ਕਰਦੇ ਨੇ, ਕੱਲ੍ਹ ਨੂੰ ਵੀ ਕਰਦੇ ਰਹਿਣਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਚੜ੍ਹਦੀਆਂ ਕਲਾ ਵਾਲਾ ਸਿੰਘ ਸਾਹਿਬ ਜੀਆਂ ਨੂੰ ਜੀਵਨ ਬਖਸ਼ਿਸ਼ ਕਰਨ। ਆਪਣੀ ਜਿੱਥੇ ਗੁਰਸਿੱਖੀ ਬਖਸ਼ੀ ਹੈ,
ਗੁਰਸਿੱਖੀ ਵਿੱਚ ਪਰਪੱਕਤਾ, ਨਿਤਨੇਮ, ਸੇਵਾ, ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਆਪਣੇ ਚਰਨਾਂ ਨਾਲ ਸਤਿਗੁਰੂ ਪਾਤਸ਼ਾਹ ਸਦੀਵ ਕਾਲ ਵਾਸਤੇ ਜੋੜੀ ਰੱਖਣ, ਤਾਂ ਕਿ ਅੱਗੇ ਵੀ ਸਾਡੇ ਵਰਗੇ ਜਿਹੜੇ ਕੋਈ ਛੋਟੇ ਵਿਦਿਆਰਥੀ ਬੱਚੇ, ਉਹਨਾਂ ਨੂੰ ਵੀ ਐਸੀ ਗੁਰਮੁਖਤਾਈ ਦੀ ਕੋਈ ਜਾਗ ਲੱਗੇ। ਨਹੀਂ ਤੇ ਪਤਾ ਅੱਜ ਕੱਲ੍ਹ ਸਮਾਂ ਨਾਸਤਿਕਤਾ ਦਾ ਹੈ, ਗੁਰਬਾਣੀ ਤੇ ਸ਼ੰਕੇ, ਗੁਰਬਾਣੀ ਦੇ ਪਾਠਾਂ ਦੇ ਉੱਪਰ ਕਿੰਤੂ ਪਰੰਤੂ ਹੋ ਰਿਹਾ। ਜੇ ਭਾਵਨਾ ਵਾਲੇ ਗੁਰਮੁਖਾਂ ਕੋਲੋਂ ਕਿਤੇ ਵਿਦਿਆ, ਗੁਰਬਾਣੀ ਦੇ ਅਰਥ ਪੜ੍ਹੇ ਜਾਣ, ਉਹਦਾ ਆਨੰਦ ਹੀ ਵੱਖਰਾ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਜੀਆਂ ਨੇ ਸਿੰਘ ਸਾਹਿਬ ਜੀ ਦੇ ਸੀਸ ਉੱਪਰ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਚਰਨਾਂ ਦੇ ਨਾਲ ਹੀ ਸਾਰੇ ਸਮੁੱਚੇ ਪਰਿਵਾਰ ਨੂੰ ਆਪ ਜੀ ਨੇ ਜੋੜੀ ਰੱਖਣਾ। ਦਾਸ ਜਿੰਨਾ ਕੋ ਹੁਕਮ ਹੋਇਆ ਸੀ, ਸਮਾਂ ਸਮਾਪਤ ਹੈ, 5-7 ਮਿੰਟ ਸਮਾਂ ਉੱਤੇ ਚਲਿਆ ਗਿਆ। ਦਾਸ ਖੇਮਾਂ ਦਾ ਜਾਚਕ ਹੈ। ਇੰਨਾ ਕੁਝ ਬੋਲਦਿਆਂ ਹੋਇਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਈਆਂ। ਆਪ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਿਸ਼ ਕਰਨੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਰਿਆਂ ਦੀ ਹਾਜ਼ਰੀ ਆਪਣੇ ਦਰ ਪ੍ਰਵਾਨ ਕਰਨ। ਸਮੁੱਚੀਆਂ ਸੰਗਤਾਂ ਦਾ, ਗੁਰਮੁਖ ਪਿਆਰੇ ਪ੍ਰਬੰਧਕ ਵੀਰਾਂ ਦਾ, ਗਿਆਨੀ ਵਿਸਾਲ ਸਿੰਘ ਜੀਆਂ ਦਾ ਰੋਮ ਰੋਮ ਕਰਕੇ ਧੰਨਵਾਦ। ਇੱਥੇ ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਰਵੇਲ ਸਿੰਘ ਜੀ, ਸਿੰਘ ਸਾਹਿਬ ਜੀ, ਗਿਆਨੀ ਗੁਰਮਿੰਦਰ ਸਿੰਘ ਜੀ, ਤਿੰਨਾਂ ਦਾ ਹਾਰਦਿਕ ਤੌਰ ਤੇ ਧੰਨਵਾਦ। ਜੀਓ ਆਇਆਂ ਨੂੰ ਹੈ ਜਿਨ੍ਹਾਂ ਨੇ ਸੰਗਤਾਂ ਨੂੰ ਗੁਰਬਾਣੀ ਵਿਚਾਰ ਸਰਵਣ ਕਰਾਈ ਹੈ। ਸਿੰਘ ਸਾਹਿਬ ਜੀ ਦਾ ਹਾਰਦਿਕ ਤੌਰ ਤੇ ਧੰਨਵਾਦ ਹੈ। ਹੁਣ ਦਾਸ ਬੇਨਤੀ ਕਰੇਗਾ, ਸਾਰੀਆਂ ਸਭਾ ਸੁਸਾਇਟੀਆਂ, ਕਾਰ ਸੇਵਾ ਵਾਲੇ ਮਹਾਂਪੁਰਖ, ਉਹ ਆਪੋ ਆਪਣਾ ਪਿਆਰ ਸਿਰੋਪਾਉ ਦੇ ਰੂਪ ਵਿੱਚ ਸਿੰਘ ਸਾਹਿਬ ਜੀ ਵਾਸਤੇ ਲੈ ਕੇ ਆਏ ਨੇ, ਔਰ ਆਪਾਂ ਸਾਰਿਆਂ ਨੇ ਇਹੋ ਹੀ ਅਰਦਾਸ ਕਰਨੀ ਹੈ, ਧੰਨ ਗੁਰੂ ਰਾਮਦਾਸ ਸਾਹਿਬ ਇਸੇ ਤਰ੍ਹਾਂ ਕਿਰਪਾ ਕਰਨ, ਦਇਆ ਕਰਨ, ਇਹਨਾਂ ਪਾਸੋਂ ਆਪਣੇ ਦਰ ਘਰ ਦੀ ਸੇਵਾ, ਪੰਥ ਦੀ ਸੇਵਾ ਲੈਂਦੇ ਰਹਿਣ। ਹੁਣ ਮੈਂ ਦਾਸ ਬੇਨਤੀ ਕਰਾਂਗਾ ਸਤਿਕਾਰਯੋਗ ਸਿੰਘ ਸਾਹਿਬ ਜੀ ਨੂੰ। ਸਭ ਤੋਂ ਪਹਿਲਾਂ ਜਿਹੜਾ ਸਿਰੋਪਾਉ ਹੈ ਉਹ ਬ੍ਰਹਮ ਗਿਆਨੀ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖ, ਉਹਨਾਂ ਦੇ ਅਸਥਾਨ ਤੋਂ ਸਤਿਕਾਰਯੋਗ ਡਾਕਟਰ ਧਰਮਵੀਰ ਸਿੰਘ ਜੀ ਉਹ ਆਏ ਹਨ। ਉਹਨਾਂ ਨੇ ਸਭ ਤੋਂ ਪਹਿਲਾਂ ਸਿਰੋਪਾਉ ਸਿੰਘ ਸਾਹਿਬ ਜੀ ਨੂੰ ਭੇਟਾ ਕਰਨਾ ਹੈ। ਨਾਲ ਮੈਂ ਦਾਸ ਬੇਨਤੀ ਕਰਾਂਗਾ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ, ਉਹ ਸੋ ਨਿਹਾਲ। ਹੁਣ ਦਾਸ ਬੇਨਤੀ ਕਰੇਗਾ ਬਾਬਾ ਜੀ, ਬਾਬਾ ਜਗਤਾਰ ਸਿੰਘ ਜੀ ਤਰਨ ਤਾਰਨ ਵਾਲੇ ਕਾਰ ਸੇਵਾ ਵਾਲੇ ਮਹਾਂਪੁਰਖ, ਉਹਨਾਂ ਵੱਲੋਂ ਵੀ ਸਿਰੋਪਾਉ ਭਾਈ ਜੋਗਾ ਸਿੰਘ ਜੀ ਲੈ ਕੇ ਆਏ ਨੇ। ਉਹ ਸਿਰੋਪਾਉ ਸਤਿਕਾਰਯੋਗ ਸਿੰਘ ਸਾਹਿਬ ਜੀ ਨੂੰ ਦੇਣਗੇ। ਸਾਰੇ ਸੁਸਾਇਟੀ ਦੇ ਸਿੰਘਾਂ ਨੂੰ ਬੇਨਤੀ ਆ ਵੀ ਨਾਲ ਨਾਲ ਖੜ ਕੇ ਫੋਟੋ ਕਰਾ ਲੈਣ, ਫਿਰ ਅਗਲੀ ਸੁਸਾਇਟੀ ਵਾਲੇ ਆ ਜਾਣ। ਗਲ 'ਚ ਪਾ ਦਿਓ, ਗਲ ਵਿੱਚ ਪਾ ਦਿਓ। ਰੁਕ ਜਾਓ, ਫੋਟੋ ਖਿਚਾ ਲਓ। ਬੋਲੇ ਸੋ ਨਿਹਾਲ। ਇਹ ਪੰਜ ਸਿੰਘ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪੰਜ ਸਿੰਘ ਇਕੱਠੇ ਹੋ ਕੇ ਸਨਮਾਨ ਦੇਣ ਪਹੁੰਚੇ ਨੇ। ਬੋਲੇ ਸੋ ਨਿਹਾਲ। ਸ਼ਹੀਦ ਸੰਸਥਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਕਸ਼ਮੀਰ ਐਵਨਿਊ ਦੇ ਪ੍ਰੇਮੀ ਭਾਈ ਲਵਪ੍ਰੀਤ ਸਿੰਘ ਜੀ ਬੋਲੀਨਾ। ਜਦੋਂ ਵੀ ਇਹਨਾਂ ਦੀ ਸੰਸਥਾ ਦਾ ਕੋਈ ਵੀ ਸਮਾਗਮ, ਭਾਈ ਸੁਵਿੰਦਰ ਸਿੰਘ ਜੀ ਕੋਹਾਲੀ, ਭਾਈ ਕੁਲਵਿੰਦਰ ਸਿੰਘ ਜੀ ਪ੍ਰੀਤ, ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਭਾਈ ਗੁਰਚਰਨ ਸਿੰਘ ਜੀ ਕਥੂ ਨੰਗਲ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਸਥਾਨ ਤੋਂ, ਉਹ ਵੀ ਆਏ ਨੇ। ਜੀਓ ਆਇਆਂ ਨੂੰ। ਬੋਲੇ ਸੋ ਨਿਹਾਲ।
ਬੋਲੇ ਸੋ ਨਿਹਾਲ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰਦੁਆਰਾ ਸਾਹਿਬ ਨਹਿਰੂ ਕਲੋਨੀ ਤੋਂ ਗੁਰਮੁਖ ਪਿਆਰੇ ਆਏ ਨੇ। ਉਹਨਾਂ ਨੇ ਹੁਣ ਸਿੰਘ ਸਾਹਿਬ ਜੀ ਨੂੰ ਸਿਰ ਪਾਓ ਬਖਸ਼ਿਸ਼ ਸਤਿਗੁਰੂ ਜੀ ਦੀ ਭੇਟਾ ਕਰਨੀ ਹੈ। ਬੋਲੇ ਸੋ ਨਿਹਾਲ ਅਕਾਲ। ਬੋਲੇ ਸੋ ਨਿਹਾਲ। ਹੁਣ ਸਾਡੇ ਇਸ ਸਥਾਨ ਦੇ ਪ੍ਰਬੰਧਕ ਗੁਰਮੁਖ ਪਿਆਰੇ ਉਹ ਤੇ ਨਾਲ ਹੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਸਾਰਿਆਂ ਨੇ ਮਿਲ ਕੇ ਸਿੰਘ ਸਾਹਿਬ ਜੀ ਦਾ ਸਤਿਕਾਰ ਹੈ। ਭਾਈ ਮਹਿੰਦਰ ਸਿੰਘ ਜੀ ਉਹਨਾਂ ਵੱਲੋਂ ਵੀ ਸਿੰਘ ਸਾਹਿਬ ਜੀ ਦਾ ਸਨਮਾਨ ਸਿਰ ਉੱਪਰ ਪਹੁੰਚਿਆ ਹੈ। ਉਹਨਾਂ ਨੇ ਵੀ ਸਨਮਾਨ ਕਰਨਾ ਹੈ। ਆ ਲਓ ਜੀ। ਸਿੰਘ ਸਾਹਿਬ ਗੁਰਮਿੰਦਰ ਸਿੰਘ ਜੀ ਉਹ ਸਿੰਘ ਸਾਹਿਬ ਜੀ ਦਾ ਸਨਮਾਨ ਕਰ ਰਹੇ ਨੇ। ਬੋਲੇ ਸੋ ਨਿਹਾਲ। ਉਹ ਸਰੂਪ ਦਰਬਾਰ ਸਾਹਿਬ ਦੀ ਫੋਟੋ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਜੇ ਕਿਸੇ ਜਥੇਬੰਦੀ ਦਾ ਨਾਮ ਮੈਂ ਦਾਸ ਨੇ ਨਾ ਬੋਲਿਆ ਹੋਵੇ ਤੇ ਖਿਮਾ ਜੀ ਉਹ ਗੁਰਮੁਖ ਪਿਆਰੇ ਆਪੇ ਹੀ ਪਹੁੰਚ ਕੇ ਜੇ ਕਿਸੇ ਦਾ ਸਨਮਾਨ ਰਹਿ ਗਿਆ ਹੋਵੇ ਉਹ ਸਿੰਘ ਸਾਹਿਬ ਜੀ ਨੂੰ ਭੇਟਾ ਕਰ ਸਕਦੇ ਨੇ। ਤੇ ਇੰਗਲੈਂਡ ਵੱਲੋਂ ਭਾਈ ਮਹਿੰਦਰ ਸਿੰਘ ਜੀ ਭਾਈ ਸਾਹਿਬ ਵੱਲੋਂ ਉਹ ਵੀ ਸਨਮਾਨ ਸਿਰ ਪਾਓ ਗੁਰਮੁਖਾਂ ਨੂੰ ਬੇਨਤੀ ਹੈ ਉਹ ਸਿੰਘ ਸਾਹਿਬ ਜੀ ਨੂੰ ਭੇਟਾ ਕਰਨਗੇ। ਅਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰੋ। ਸਿੰਘਾਂ ਨੂੰ ਬੇਨਤੀ ਹੈ। ਬੋਲੇ ਸੋ ਨਿਹਾਲ। ਸਿੰਘਾਂ ਨੂੰ ਬੇਨਤੀ ਹੈ ਉਹ ਲੰਗਰ ਵਰਤਾਉਣਾ ਆਰੰਭ ਕਰ ਦੇਣ। ਤੇ ਸਤਿਕਾਰਯੋਗ ਮਾਤਾ ਜੀ ਸਾਡੇ ਸਿੰਘ ਸਾਹਿਬ ਜੀ ਦੇ ਘਰੋਂ ਉਹਨਾਂ ਨੂੰ ਬੇਨਤੀ ਹੈ ਉਹ ਬਾਹਰ ਚਲੇ ਗਏ, ਅੰਦਰ ਲੈ ਕੇ ਆਓ। ਸੋ ਨਿਹਾਲ। ਜਿੰਨੇ ਅਸੀਂ ਸੰਥੇ ਵਾਲੇ ਸਿੰਘ ਆ ਸਾਰੇ ਇਹਨਾਂ ਨੂੰ ਮਾਤਾ ਜੀ ਕਹਿੰਦੇ ਆ ਔਰ ਹੈ ਵੀ ਨੇ ਵੱਡੇ ਨੇ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮੈਨੂੰ ਬੜੀ ਵਾਰੀ ਕਹਿੰਦੇ ਵਿਸਾਲ ਸਿੰਘ ਉੱਥੇ ਜਾਣਾ ਕਹਿਣ ਲੱਗੇ ਜਿੱਥੇ ਤੂੰ ਕਥਾ ਕਰਦਾ। ਸੋ ਇਹਨਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ, ਸਾਰੀ ਸੰਗਤ ਨੂੰ ਬਹੁਤ ਬਹੁਤ ਜੀ ਆਇਆਂ ਨੂੰ। ਤੁਸੀਂ ਦਾਸ ਦੀ ਬੇਨਤੀ ਪ੍ਰਵਾਨ ਕਰਕੇ ਇੱਥੇ ਪਹੁੰਚੇ ਸਾਰੇ। ਸਭ ਸੰਗਤਾਂ ਨੂੰ ਹਾਰਦਿਕ ਤੌਰ ਤੇ ਜੀ ਆਇਆਂ ਨੂੰ।